ਹੈਲੋ ਬੱਚੋ, ਚਲੋ ਅੱਜ ਅਸੀਂ ਕਰਦੇ ਹਾਂ ਕਲਾਸ 10th ਦਾ ਚੈਪਟਰ ਨੰਬਰ 6 ਜਿਹਦਾ ਟਾਈਟਲ ਹੈ ਲਾਈਫ ਪ੍ਰੋਸੈਸਿਸ। ਤੇ ਅੱਜ ਇਸ ਵੀਡੀਓ 'ਚ ਅਸੀਂ ਡਿਟੇਲ 'ਚ ਡਿਸਕਸ ਕਰਾਂਗੇ ਅਬਾਊਟ ਰੈਸਪੀਰੇਸ਼ਨ। ਇੱਕ ਐਕਟੀਵਿਟੀ ਦੇ ਨਾਲ ਸਟਾਰਟ ਕਰਦੇ ਹਾਂ। ਅਸੀਂ ਕੀ ਕਰਨਾ, ਅਸੀਂ 2 ਟੈਸਟ ਟਿਊਬਸ ਲੈਣੀਆਂ ਔਰ ਇਹਨਾਂ ਦੋਨੋਂ ਟੈਸਟ ਟਿਊਬਸ 'ਚ ਅਸੀਂ ਫਰੈਸ਼ਲੀ ਪ੍ਰੀਪੇਅਰਡ ਲਾਈਮ ਵਾਟਰ ਪਾ ਦੇਣਾ। ਹੁਣ ਪਹਿਲੀ ਵਾਲੀ ਜਿਹੜੀ ਟੈਸਟ ਟਿਊਬ ਹੈ ਇਹਦੇ 'ਚ ਅਸੀਂ ਇੱਕ ਪਿਚਕਾਰੀ ਦੇ ਨਾਲ ਹਵਾ ਜਿਹੜੀ ਆ ਉਹ ਪਾਉਣੀ ਆ। ਹਵਾ ਪਾਵਾਂਗੇ ਤੇ ਨੋਟ ਕਰਾਂਗੇ ਕਿ ਇਹ ਜਿਹੜਾ ਲਾਈਮ ਵਾਟਰ ਹੈ ਉਹ ਕਿੰਨੀ ਕੁ ਦੇਰ 'ਚ ਮਿਲਕੀ ਹੁੰਦਾ, ਕਿਉਂਕਿ ਸਾਨੂੰ ਪਤਾ ਹੀ ਹੈ ਕਿ ਲਾਈਮ ਵਾਟਰ ਜਦੋਂ ਕਾਰਬਨ ਡਾਈਆਕਸਾਈਡ ਨਾਲ ਰਿਐਕਟ ਕਰਦਾ ਤਾਂ ਮਿਲਕੀ ਹੋਣਾ ਸ਼ੁਰੂ ਹੋ ਜਾਂਦਾ, ਯਾਨੀ ਦੁੱਧੀਆ ਜਿਹਾ। ਦੂਜੀ ਟੈਸਟ ਟਿਊਬ ਜਿਹੜੀ ਆ ਉਹਦੇ 'ਚ ਵੀ ਅਸੀਂ ਲਾਈਮ ਵਾਟਰ ਲਿਆ, ਇੱਕ ਟਿਊਬ ਦੀ ਹੈਲਪ ਦੇ ਨਾਲ ਆਪਣਾ ਛੱਡਿਆ ਹੋਇਆ ਸਾਹ ਯਾਨੀ ਕਿ ਐਗਜ਼ੇਲਡ ਏਅਰ ਜਿਹੜਾ ਉਹਨੂੰ ਇਹਦੇ 'ਚ ਪਾਉਣਾ। ਤੇ ਇੱਥੇ ਵੀ ਅਸੀਂ ਨੋਟ ਕਰਨਾ ਵੀ ਇੱਥੇ ਲਾਈਮ ਵਾਟਰ ਕਿੰਨੀ ਦੇਰ 'ਚ ਮਿਲਕੀ ਹੁੰਦਾ। ਜਦੋਂ ਅਸੀਂ ਇਹਨਾਂ ਦੋਨੋਂ ਟੈਸਟ ਟਿਊਬਸ ਨੂੰ ਕੰਪੇਅਰ ਕਰਾਂਗੇ ਤਾਂ ਅਸੀਂ ਇਹ ਦੇਖਾਂਗੇ ਕਿ ਆਹ ਵਾਲੀ ਜਿਹੜੀ ਟੈਸਟ ਟਿਊਬ ਹੈ ਜਿਹਦੇ ਵਿੱਚ ਅਸੀਂ ਆਪਣੀ ਐਗਜ਼ੇਲਡ ਏਅਰ ਪਾਈ ਹੈ ਉਹਦੇ ਵਿੱਚ ਲਾਈਮ ਵਾਟਰ ਕਿਤੇ ਜਲਦੀ ਮਿਲਕੀ ਹੋ ਜਾਊਗਾ। ਕਿਉਂਕਿ ਕਾਰਬਨ ਡਾਈਆਕਸਾਈਡ ਸਾਡੇ ਛੱਡੇ ਹੋਏ ਸਾਹ ਦੇ ਵਿੱਚ ਜ਼ਿਆਦਾ ਹੁੰਦੀ ਹੈ। ਸੋ ਅਮਾਊਂਟ ਆਫ ਕਾਰਬਨ ਡਾਈਆਕਸਾਈਡ ਇਜ਼ ਮੋਰ ਇਨ ਆਰ ਐਗਜ਼ੇਲਡ ਏਅਰ। ਇੱਕ ਹੋਰ ਵੀ ਐਕਟੀਵਿਟੀ ਕਰਕੇ ਦੇਖ ਸਕਦੇ ਹਾਂ। ਥੋੜਾ ਜਿੰਨਾ ਫਰੂਟ ਜੂਸ ਲੈ ਲਓ ਜਾਂ ਸ਼ੂਗਰ ਸੋਲਿਊਸ਼ਨ ਲੈ ਲਓ ਤੇ ਇਹਦੇ ਵਿੱਚ ਥੋੜਾ ਜਿੰਨਾ ਖਮੀਰਾ ਯਾਨੀ ਕਿ ਯੀਸਟ ਪਾ ਦਿਓ ਤੇ ਇਸ ਮਿਕਸਚਰ ਨੂੰ ਇੱਕ ਟੈਸਟ ਟਿਊਬ 'ਚ ਪਾ ਕੇ ਉਹਦੇ ਉੱਤੇ ਇੱਕ 1 ਹੋਲਡ ਕੋਕ ਲਗਾ ਦਿਓ। ਕੋਰਕ ਦੇ ਅੱਗੇ ਅਸੀਂ ਇੱਕ ਗਲਾਸ ਟਿਊਬ ਜਿਹੜੀ ਹੈ ਬੈਂਡ ਹੋਈ ਲਗਾ ਦੇਣੀ ਹੈ ਤੇ ਇਸ ਗਲਾਸ ਟਿਊਬ ਦਾ ਵੀ ਜਿਹੜਾ ਦੂਜਾ ਐਂਡ ਹੈਗਾ ਉਹ ਅਸੀਂ ਫਰੈਸ਼ਲੀ ਪ੍ਰੀਪੇਅਰਡ ਲਾਈਮ ਵਾਟਰ ਵਾਲੀ ਟੈਸਟ ਟਿਊਬ ਦੇ ਅੰਦਰ ਡਿਪ ਕਰ ਦੇਣਾ। ਠੀਕ ਹੈ, ਤੇ ਇੱਥੇ ਵੀ ਅਸੀਂ ਨੋਟ ਕਰਨਾ ਕਿ ਲਾਈਮ ਵਾਟਰ ਜਿਹੜਾ ਹੈਗਾ ਉਹ ਮਿਲਕੀ ਹੁੰਦਾ ਕਿ ਨਹੀਂ ਹੁੰਦਾ ਤਾਂ ਕਿੰਨੀ ਦੇਰ 'ਚ ਹੁੰਦਾ। ਔਰ ਅਸੀਂ ਦੇਖਾਂਗੇ ਕਿ ਇਸ ਪ੍ਰੋਸੈਸ ਦੇ ਵਿੱਚ ਵੀ ਜਿਹੜਾ ਲਾਈਮ ਵਾਟਰ ਹੈ ਉਹ ਮਿਲਕੀ ਹੋਣਾ ਸ਼ੁਰੂ ਹੋ ਜਾਂਦਾ। ਯਾਨੀ ਕਿ ਜਿਹੜੇ ਖਮੀਰ ਹੁੰਦੇ ਨੇ ਇਹ ਜਦੋਂ ਫਰਮੈਂਟ ਕਰਦੇ ਨੇ ਜਾਂ ਫਰਮੈਂਟੇਸ਼ਨ ਦੀ ਪ੍ਰੋਸੈਸ ਕਰਦੇ ਨੇ ਤੇ ਇਹਨਾਂ ਦੇ ਵਿੱਚ ਵੀ ਰੈਸਪੀਰੇਸ਼ਨ ਦੇ ਵਿੱਚ ਕਾਰਬਨ ਡਾਈਆਕਸਾਈਡ ਹੀ ਇਵੋਲਵ ਹੁੰਦੀ ਹੈ ਜਿਹੜੀ ਕਿ ਲਾਈਮ ਵਾਟਰ ਨੂੰ ਮਿਲਕੀ ਕਰ ਦਿੰਦੀ ਆ। ਸੋ ਜਿਹੜੀਆਂ ਹੁਣ ਅਸੀਂ 2 ਐਕਟੀਵਿਟੀਜ਼ ਕੀਤੀਆਂ, ਦੋਵਾਂ 'ਚ ਸਾਨੂੰ ਇਹ ਪਤਾ ਲੱਗਾ ਵੀ ਰੈਸਪੀਰੇਸ਼ਨ 'ਚ ਗੈਸ ਕਿਹੜੀ ਨਿਕਲਦੀ ਆ, ਕਾਰਬਨ ਡਾਈਆਕਸਾਈਡ ਨਿਕਲਦੀ ਆ। ਚਲੋ ਹੁਣ ਅਸੀਂ ਸੈਲੂਲਰ ਰੈਸਪੀਰੇਸ਼ਨ ਦੇ ਬਾਰੇ ਗੱਲ ਕਰਦੇ ਹਾਂ। ਸੈਲੂਲਰ ਰੈਸਪੀਰੇਸ਼ਨ ਮਤਲਬ ਰੈਸਪੀਰੇਸ਼ਨ ਜਿਹੜੀ ਕਿ ਕਿਸੇ ਸੈੱਲ ਦੇ ਅੰਦਰ ਹੋ ਰਹੀ ਹੈ। ਔਰ ਰੈਸਪੀਰੇਸ਼ਨ ਦੀ ਪ੍ਰੋਸੈਸ 'ਚ ਹੁੰਦਾ ਕੀ ਹੈ, ਗਲੂਕੋਜ਼ ਮੋਲੀਕਿਊਲਸ ਜਿਹੜੇ ਨੇ ਉਹਨਾਂ ਤੋਂ એનર્ਜੀ ਡਰਾਈਵ ਕੀਤੀ ਜਾਂਦੀ ਹੈ ਸੋ ਦੈਟ ਕਿ ਲਾਈਫ ਪ੍ਰੋਸੈਸਿਸ ਜਿਹੜੀਆਂ ਨੇ ਚੱਲਦੀਆਂ ਰਹਿਣ। ਸੋ ਇਹ એનર્ਜੀ ਡਰਾਈਵ ਕਰਨ ਦੇ ਲਈ ਗਲੂਕੋਜ਼ ਦੀ ਰੈਸਪੀਰੇਸ਼ਨ ਹੁੰਦੀ ਹੈ। ਔਰ ਪਾਥਵੇ ਕੀ ਹੈ, ਦੇਖੋ ਆ ਇੱਕ ਗਲੂਕੋਜ਼ ਮੋਲੀਕਿਊਲ ਹੈ। ਇੱਕ ਗਲੂਕੋਜ਼ ਮੋਲੀਕਿਊਲ ਜਿਹੜਾ ਹੁੰਦਾ ਇਹਦੇ 'ਚ 6 ਕਾਰਬਨ ਐਟਮਸ ਹੁੰਦੇ ਆ, ਯਾਨੀ ਕਿ ਇਹ ਇੱਕ 6 ਕਾਰਬਨ ਮੋਲੀਕਿਊਲ ਹੈ। ਰੈਸਪੀਰੇਸ਼ਨ ਦਾ ਜਿਹੜਾ ਪਹਿਲਾ ਪਾਰਟ ਹੁੰਦਾ ਉਹ ਹੁੰਦਾ ਹੈ ਕਿਸੇ ਵੀ ਸੈੱਲ ਦੇ ਸਾਈਟੋਪਲਾਜ਼ਮ 'ਚ। ਔਰ ਇਸ ਸਟੈਪ ਦੇ ਵਿੱਚ ਆਕਸੀਜਨ ਦੀ ਲੋੜ ਨਹੀਂ ਹੁੰਦੀ। ਸੋ ਇੱਕ ਗਲੂਕੋਜ਼ ਮੋਲੀਕਿਊਲ 2 ਪਾਇਰੂਵਿਕ ਐਸਿਡ ਮੋਲੀਕਿਊਲਸ ਜਾਂ ਪਾਇਰੂਵੇਟ ਮੋਲੀਕਿਊਲਸ ਦੇ ਵਿੱਚ ਟੁੱਟ ਜਾਂਦਾ ਤੇ ਨਾਲੇ ਨਿਕਲਦੀ એનર્ਜੀ। ਸੋ ਇਹ ਜਿਹੜਾ ਪਾਇਰੂਵੇਟ ਹੁੰਦਾ ਇਹ 3 ਕਾਰਬਨ ਮੋਲੀਕਿਊਲ ਹੈ, ਯਾਨੀ ਕਿ ਇਹਦੇ 'ਚ 3 ਕਾਰਬਨ ਦੇ ਐਟਮਸ ਹੁੰਦੇ ਆ। ਸੋ ਇੱਥੇ ਗਲੂਕੋਜ਼ ਕੋਲ 6 ਕਾਰਬਨ ਹੁੰਦੇ ਆ ਤੇ ਪਾਇਰੂਵਿਕ ਐਸਿਡ ਜਾਂ ਪਾਇਰੂਵੇਟ ਦੇ ਕੋਲ 3 ਕਾਰਬਨ ਐਟਮਸ ਹੁੰਦੇ ਆ। ਸੋ ਓਬਵੀਅਸਲੀ ਇੱਕ ਗਲੂਕੋਜ਼ ਮੋਲੀਕਿਊਲ ਤੋਂ 2 ਪਾਇਰੂਵੇਟ ਦੇ ਮੋਲੀਕਿਊਲਸ ਜਿਹੜੇ ਨੇ ਬਣਨਗੇ। એનર્ਜੀ ਨਾਲ ਰਿਲੀਜ਼ ਹੋ ਰਹੀ ਹੈ। ਇਹ ਜਿਹੜਾ ਪਾਇਰੂਵੇਟ ਦਾ ਮੋਲੀਕਿਊਲ ਹੈ ਇਹ ਕਈ ਤਰੀਕਿਆਂ ਦੇ ਨਾਲ ਅਗਲੇ ਸਟੈਪ ਦੇ ਵਿੱਚ ਐਂਟਰ ਕਰ ਸਕਦਾ। ਜੇ ਤਾਂ ਇਹ ਸੈੱਲ ਦੇ ਮਾਈਟੋਕੌਂਡਰੀਆ ਦੇ ਅੰਦਰ ਜਾ ਕੇ ਔਰ ਪ੍ਰੈਜ਼ੈਂਸ ਆਫ ਆਕਸੀਜਨ ਦੇ ਵਿੱਚ ਕਾਰਬਨ ਡਾਈਆਕਸਾਈਡ, ਵਾਟਰ ਤੇ એનર્ਜੀ ਇਹ ਐਂਡ ਪ੍ਰੋਡਕਟਸ ਬਣਾਵੇ ਤਾਂ ਇਹ ਜਿਹੜੀ ਰੈਸਪੀਰੇਸ਼ਨ ਹੁੰਦੀ ਇਹਨੂੰ ਅਸੀਂ ਫਿਰ ਐਰੋਬਿਕ ਰੈਸਪੀਰੇਸ਼ਨ ਕਹਿ ਦਿੰਦੇ ਹਾਂ, ਕਿਉਂਕਿ ਇਹ ਆਕਸੀਜਨ ਦੀ ਪ੍ਰੈਜ਼ੈਂਸ 'ਚ ਹੁੰਦੀ ਹੈ ਔਰ ਇਹਦੇ 'ਚ ਕਾਫੀ ਜ਼ਿਆਦਾ એનર્ਜੀ ਜਿਹੜੀ ਹੈ ਉਹ ਰਿਲੀਜ਼ ਹੁੰਦੀ ਹੈ। ਲੇਕਿਨ ਜੇ ਇਹ ਪਾਇਰੂਵੇਟ ਜਿਹੜਾ ਹੈ ਇਹ ਸਾਡੇ ਮਸਲ ਸੈਲਸ ਦੇ ਵਿੱਚ ਬਿਨਾਂ ਆਕਸੀਜਨ ਦੇ ਯਾਨੀ ਕਿ ਲੈਕ ਆਫ ਆਕਸੀਜਨ ਦੇ ਹੀ ਅੱਗੋਂ ਲੈਕਟਿਕ ਐਸਿਡ ਦੇ ਵਿੱਚ ਟੁੱਟ ਜਾਵੇ ਤੇ ਨਾਲੇ એનર્ਜੀ ਜਿਹੜੀ ਆ ਰਿਲੀਜ਼ ਕਰੇ ਤਾਂ ਇਸ ਮਕੈਨਿਜ਼ਮ ਨੂੰ ਅਸੀਂ ਐਨਰੋਬਿਕ ਰੈਸਪੀਰੇਸ਼ਨ ਕਹਿ ਸਕਦੇ ਹਾਂ, ਕਿਉਂਕਿ ਇਹਦੇ 'ਚ ਆਕਸੀਜਨ ਯੂਜ਼ ਨਹੀਂ ਹੋ ਰਹੀ। ਹਾਲਾਂਕਿ ਜੇ ਇਸ ਪਾਥਵੇ ਨੂੰ ਅਸੀਂ ਇਹਦੇ ਨਾਲ ਕੰਪੇਅਰ ਕਰੀਏ ਤਾਂ ਜਿਹੜੀ એનર્ਜੀ ਆ ਉਹ ਇੱਥੇ ਜ਼ਿਆਦਾ ਯਾਨੀ ਕਿ ਐਰੋਬਿਕ ਰੈਸਪੀਰੇਸ਼ਨ 'ਚ એનર્ਜੀ ਜ਼ਿਆਦਾ ਬਣਦੀ ਆ, ਜਦੋਂ ਕਿ ਲੈਕਟਿਕ ਐਸਿਡ ਦੇ ਨਾਲ ਜਦੋਂ એનર્ਜੀ ਰਿਲੀਜ਼ ਹੁੰਦੀ ਹੈ ਤਾਂ ਉਹ ਘੱਟ ਹੁੰਦੀ ਹੈ। ਸੋ ਇੱਕ ਪਾਇਰੂਵੇਟ ਤੋਂ ਇੱਕ ਲੈਕਟਿਕ ਐਸਿਡ ਦਾ ਮੋਲੀਕਿਊਲ ਬਣਦਾ, ਕਿਉਂਕਿ ਪਾਇਰੂਵੇਟ ਜਿਹੜਾ ਉਹ ਵੀ 3 ਕਾਰਬਨ ਦਾ ਮੋਲੀਕਿਊਲ ਹੈ ਤੇ ਲੈਕਟਿਕ ਐਸਿਡ 'ਚ ਵੀ 3 ਕਾਰਬਨ ਐਟਮਸ ਹੀ ਹੁੰਦੇ ਆ। ਇਸ ਤੋਂ ਇਲਾਵਾ ਇੱਕ ਹੋਰ ਵੀ ਮੈਕੈਨਿਜ਼ਮ ਹੈ ਈਸਟ ਸੈਲਸ ਦੇ ਅੰਦਰ। ਜੇ ਬਿਨਾਂ ਆਕਸੀਜਨ ਦੇ ਇਹ ਜਿਹੜਾ ਪਾਇਰੂਵੇਟ ਹੈ ਇਹ ਇਥਾਨੋਲ ਯਾਨੀ ਕਿ ਇਥਾਈਲ ਅਲਕੋਹਲ 'ਚ ਜਿਹੜਾ ਕਿ ਇੱਕ 2 ਕਾਰਬਨ ਮੋਲੀਕਿਊਲ ਹੈ, ਨਾਲੇ ਕਾਰਬਨ ਡਾਈਆਕਸਾਈਡ ਤੇ ਨਾਲੇ
એનર્ਜੀ ਦਵੇ। ਜੇ ਇਹ ਐਂਡ ਪ੍ਰੋਡਕਟਸ ਬਣਦੇ ਆ ਤੇ ਇਹ ਵੀ ਕੀ ਆ, ਇਹ ਵੀ ਐਨਾਰੋਬਿਕ ਰੈਸਪੀਰੇਸ਼ਨ ਆ, ਇਹਨੂੰ ਅਸੀਂ ਫਰਮੈਂਟੇਸ਼ਨ ਕਹਿੰਦੇ ਆ। ਸੋ ਇਸ ਮੈਥਡ ਦੇ ਵਿੱਚ ਦੇਖ ਲਓ ਵੀ ਆ ਜਿਹੜੇ 3 ਕਾਰਬਨ ਐਟਮਸ ਹੈਗੇ ਸੀ ਇੱਕ ਪਾਇਰੂਵੇਟ 'ਚ, ਉਹਦੇ 'ਚੋਂ 2 ਚਲੇ ਗਏ ਇਥਾਈਲ ਅਲਕੋਹਲ 'ਚ, ਇੱਕ ਚਲਾ ਗਿਆ ਕਾਰਬਨ ਡਾਈਆਕਸਾਈਡ 'ਚ, ਠੀਕ ਹੈ ਨਾ। ਸੋ ਫਰਮੈਂਟੇਸ਼ਨ ਦੇ ਵਿੱਚ ਵੀ એનર્ਜੀ ਜਿਹੜੀ ਆ ਉਹ ਰਿਲੀਜ਼ ਹੁੰਦੀ ਆ। ਆ ਜਿਹੜੇ 3 ਪਾਥਵੇਜ਼ ਸਾਨੂੰ ਨਜ਼ਰ ਆ ਰਹੇ ਨੇ ਜਾਂ 3 ਆਪਸ਼ਨਸ ਨਜ਼ਰ ਆ ਰਹੀਆਂ ਨੇ ਪਾਇਰੂਵੇਟ ਦੇ ਫਰਦਰ ਬ੍ਰੇਕਡਾਊਨ ਦੀਆਂ, ਉਹਨਾਂ ਤਿੰਨਾਂ 'ਚ ਆਪਾਂ ਨੂੰ એનર્ਜੀ ਜਿਹੜੀ ਆ ਉਹ ਮਿਲ ਰਹੀ ਆ। ਹੁਣ ਇਹ એનર્ਜੀ ਕਿਸ ਫਾਰਮ 'ਚ ਮਿਲਦੀ ਆ, ਇਹ ATP ਦੀ ਫਾਰਮ 'ਚ ਮਿਲਦੀ। ਹੁਣ ATP ਕੀ ਹੁੰਦਾ ਉਹ ਵੀ ਦੇਖ ਲੈਂਦੇ ਆ। ATP ਨੂੰ ਅਸੀਂ એનર્ਜੀ ਕਰੰਸੀ ਆਫ ਲਿਵਿੰਗ ਸੈਲਸ ਕਹਿੰਦੇ ਆ। ਔਰ ਇਸ ATP ਦੀ ਫੁੱਲ ਫਾਰਮ ਕੀ ਹੁੰਦੀ ਆ, ਐਡੀਨੋਸਿਨ ਟ੍ਰਾਈਫਾਸਫੇਟ। ਇਹਦੀ ਫੁੱਲ ਫਾਰਮ ਹੁੰਦੀ ਹੈ ATP ਦੀ, ਯਾਨੀ ਕਿ એનર્ਜੀ ਕਰੰਸੀ ਆਫ ਲਿਵਿੰਗ ਸੈਲਸ ਦੀ। ਇਹ ATP ਕਿੱਥੋਂ ਬਣਦਾ, ਇਹ ਐਡੀਨੋਸਿਨ ਡਾਈਫਾਸਫੇਟ ਤੋਂ ਬਣਦਾ ਜਦੋਂ ਉਹਦੇ ਨਾਲ ਇੱਕ ਇਨਆਰਗੈਨਿਕ ਫਾਸਫੇਟ ਕੰਬਾਈਨ ਕਰਦਾ। ਆ ਦੇਖੋ ਇੱਕ ADP ਨਾਲ ਇੱਕ ਫਾਸਫੇਟ ਲੱਗਾ ਤੇ ਇਹਨਾਂ ਦੇ ਵਿਚਕਾਰ ਜਿਹੜਾ ਆ ਬੌਂਡ ਬਣਿਆ, ਇਹ ਜਿਹੜਾ ਬੌਂਡ ਹੈ ਇਹਦੇ ਵਿੱਚ એનર્ਜੀ ਟਰੈਪ ਹੋ ਗਈ ਤੇ ਇਹ ਬਣ ਗਿਆ ATP। ਹੁਣ ਜਦੋਂ ਵੀ ਆ ਜਿਹੜਾ ATP ਦੇ ਅੰਦਰ ਦਾ ਫਾਸਫੇਟ ਲਿੰਕੇਜ ਟੁੱਟੂਗਾ, એનર્ਜੀ ਰਿਲੀਜ਼ ਹੋਊਗੀ। ATP ਦੇ ਇੱਕ ਮੋਲੀਕਿਊਲ ਵਿੱਚੋਂ ਜਦੋਂ ਫਾਸਫੇਟ ਦਾ ਲਿੰਕੇਜ ਟੁੱਟਦਾ ਤਾਂ 30.5 ਕਿਲੋ ਜਾਊਲਸ ਪਰ ਮੋਲ ਦੀ એનર્ਜੀ ਜਿਹੜੀ ਆ ਉਹ ਰਿਲੀਜ਼ ਹੁੰਦੀ ਆ। ਇਸੇ ਕਰਕੇ ATP ਨੂੰ ਅਸੀਂ ਕੀ ਕਹਿੰਦੇ ਆ, એનર્ਜੀ ਕਰੰਸੀ ਆਫ ਲਿਵਿੰਗ ਸੈਲਸ ਕਹਿੰਦੇ ਆ। ਜਿੱਦਾਂ ਕੋਈ ਬੈਟਰੀ ਹੋਵੇ ਤੇ ਉਹਦੇ ਤੋਂ ਅਸੀਂ ਕਈ ਤਰ੍ਹਾਂ ਦੀ એનર્ਜੀ ਡਰਾਈਵ ਕਰ ਸਕਦੇ ਹਾਂ, ਜਿੱਦਾਂ ਮਕੈਨੀਕਲ એનર્ਜੀ, ਲਾਈਟ એનર્ਜੀ, ਇਲੈਕਟ੍ਰੀਕਲ એનર્ਜੀ। ਇਸੇ ਤਰ੍ਹਾਂ ਹੀ ਇਹ ਜਿਹੜਾ ATP ਹੈ ਸਾਡੇ ਸੈਲਸ ਦੇ ਅੰਦਰ ਕਈ ਤਰ੍ਹਾਂ ਦੇ ਕੰਮ ਕਰਾਉਂਦਾ, ਜਿੱਦਾਂ ਕਿ ਕੰਟਰੈਕਸ਼ਨ ਆਫ ਮਸਲਸ, ਪ੍ਰੋਟੀਨ ਸਿੰਥਸਿਸ, ਕੰਡਕਸ਼ਨ ਆਫ ਨਰਵ ਇੰਪਲਸਿਸ ਤੇ ਹੋਰ ਵੀ ਕਈ ਤਰ੍ਹਾਂ ਦੀਆਂ ਐਕਟੀਵਿਟੀਜ਼। ਹੁਣ ਅਸੀਂ ਗੱਲ ਕਰਦੇ ਹਾਂ ਐਰੋਬਿਕ ਤੇ ਐਨਾਰੋਬਿਕ ਰੈਸਪੀਰੇਸ਼ਨ। ਜਿੱਦਾਂ ਕਿ ਅਸੀਂ ਸੈਲੂਲਰ ਰੈਸਪੀਰੇਸ਼ਨ 'ਚ ਦੇਖਿਆ ਸੀਗਾ ਕਿ ਪਾਇਰੂਵੇਟ ਜਿਹੜਾ ਉਹ ਕਈ ਤਰੀਕਿਆਂ ਦੇ ਨਾਲ ਫਰਦਰ ਐਂਡ ਪ੍ਰੋਡਕਟਸ ਬਣਾਉਂਦਾ। ਜੇ ਤਾਂ ਜਿਹੜਾ ਰੈਸਪੀਰੇਸ਼ਨ ਹੋ ਰਹੀ ਆ ਉਹ ਆਕਸੀਜਨ ਦੀ ਪ੍ਰੈਜ਼ੈਂਸ 'ਚ ਹੋ ਰਹੀ ਹੈ ਔਰ ਮਾਈਟੋਕੌਂਡਰੀਆ ਦੇ ਅੰਦਰ ਹੋ ਰਹੀ ਹੈ ਤਾਂ ਇਹ ਐਰੋਬਿਕ ਰੈਸਪੀਰੇਸ਼ਨ ਹੈ। ਐਰੋਬਿਕ ਰੈਸਪੀਰੇਸ਼ਨ 'ਚ ਹਮੇਸ਼ਾ ਜ਼ਿਆਦਾ એનર્ਜੀ ਰਿਲੀਜ਼ ਹੁੰਦੀ ਹੈ ਤੇ ਐਂਡ ਪ੍ਰੋਡਕਟਸ ਕੀ ਹੁੰਦੇ, ਕਾਰਬਨ ਡਾਈਆਕਸਾਈਡ, ਵਾਟਰ ਤੇ ਨਾਲ એનર્ਜੀ। ਐਨਾਰੋਬਿਕ ਰੈਸਪੀਰੇਸ਼ਨ ਦੀ ਗੱਲ ਕਰਦੇ ਹਾਂ ਤੇ ਇਹਦੇ ਲਈ ਆਕਸੀਜਨ ਰਿਕੁਆਇਰਡ ਨਹੀਂ ਹੁੰਦੀ, ਨਾ ਹੀ ਮਾਈਟੋਕੌਂਡਰੀਆ ਇਹਦੇ 'ਚ ਇਨਵੋਲਵ ਹੁੰਦਾ, ਇਹ ਸਾਈਟੋਪਲਾਜ਼ਮ 'ਚ ਹੁੰਦੀ ਹੈ ਤੇ ਐਰੋਬਿਕ ਦੇ ਕੰਪੈਰੇਟਿਵਲੀ ਇਹਦੇ 'ਚ ਘੱਟ એનર્ਜੀ ਰਿਲੀਜ਼ ਹੁੰਦੀ ਆ। ਇਸ ਤੋਂ ਇਲਾਵਾ ਹੋਰ ਕਿਹੜੇ ਐਂਡ ਪ੍ਰੋਡਕਟਸ ਹੁੰਦੇ, ਇੱਕ ਤਾਂ ਐਨਾਰੋਬਿਕ ਰੈਸਪੀਰੇਸ਼ਨ ਹੁੰਦੀ ਜਿਹੜੀ ਆਪਾਂ ਯੀਸਟ ਸੈਲਸ 'ਚ ਦੇਖਦੇ ਹਾਂ, ਜਿਹਦੇ ਵਿੱਚ ਇਥਾਈਲ ਅਲਕੋਹਲ ਤੇ ਕਾਰਬਨ ਡਾਈਆਕਸਾਈਡ ਬਣਦੇ ਆ, ਨਾਲ એનર્ਜੀ ਨਿਕਲਦੀ ਹੈ, ਠੀਕ ਹੈ ਨਾ। ਇਹਨੂੰ ਅਸੀਂ ਕੀ ਕਹਿ ਦਿੰਦੇ ਹਾਂ, ਇਹਨੂੰ ਅਸੀਂ ਫਰਮੈਂਟੇਸ਼ਨ ਕਹਿ ਦਿੰਦੇ ਹਾਂ। ਔਰ ਇਹ ਜਿਹੜੀ ਫਰਮੈਂਟੇਸ਼ਨ ਹੁੰਦੀ ਹੈ ਇਹ ਅਸੀਂ ਬੇਕਰੀ ਦੇ ਵਿੱਚ, ਯਾਨੀ ਕਿ ਜਿਹੜੇ ਆਪਾਂ ਕੇਕ ਬੇਕ ਕਰਦੇ ਆ ਨਾ ਉਹਦੇ ਵਿੱਚ ਇਹਨੂੰ ਯੂਜ਼ ਕਰਦੇ ਹਾਂ। ਜਦੋਂ ਅਸੀਂ ਜਿਹੜਾ ਸਾਡਾ ਮੈਦਾ ਹੁੰਦਾ ਜਾਂ ਆਟਾ ਹੁੰਦਾ ਉਹਦੇ ਵਿੱਚ ਖਮੀਰਾ ਪਾ ਕੇ ਤੇ ਉਹਨੂੰ ਫਰਮੈਂਟ ਕਰਾਉਂਦੇ ਹਾਂ। ਤੇ ਐਨਾਰੋਬਿਕ ਰੈਸਪੀਰੇਸ਼ਨ ਜਦੋਂ ਸਾਡੇ ਮਸਲ ਸੈਲਸ ਦੇ ਵਿੱਚ ਹੁੰਦੀ ਹੈ ਬਿਨਾਂ ਆਕਸੀਜਨ ਦੇ, ਤਾਂ ਉਹਦੇ ਵਿੱਚ ਲੈਕਟਿਕ ਐਸਿਡ ਬਣਦਾ, ਨਾਲੇ એનર્ਜੀ ਰਿਲੀਜ਼ ਹੁੰਦੀ ਹੈ। ਸੋ ਐਰੋਬਿਕ ਰੈਸਪੀਰੇਸ਼ਨ 'ਚ ਹਮੇਸ਼ਾ ਜ਼ਿਆਦਾ એનર્ਜੀ ਰਿਲੀਜ਼ ਹੋਊਗੀ ਐਜ਼ ਕੰਪੇਅਰ ਟੂ ਐਨਾਰੋਬਿਕ ਰੈਸਪੀਰੇਸ਼ਨ। ਤੇ ਐਰੋਬਿਕ ਰੈਸਪੀਰੇਸ਼ਨ ਜਿਹੜੀ ਆ ਉਹਦੇ ਵਿੱਚ ਮਾਈਟੋਕੌਂਡਰੀਆ ਜਿਹੜਾ ਉਹ ਜ਼ਰੂਰ ਇਨਵੋਲਵ ਹੋਏਗਾ। ਇਸੇ ਕਰਕੇ ਤੇ ਮਾਈਟੋਕੌਂਡਰੀਆ ਨੂੰ ਅਸੀਂ ਪਾਵਰ ਹਾਊਸ ਆਫ ਦਾ ਸੈੱਲ ਕਹਿੰਦੇ ਆ, ਕਿਉਂਕਿ ਮਾਈਟੋਕੌਂਡਰੀਆ ਦੇ ਅੰਦਰ ਰੈਸਪੀਰੇਸ਼ਨ ਹੁੰਦੀ ਹੈ ਤੇ ਪਾਵਰ ਰਿਲੀਜ਼ ਹੁੰਦੀ ਹੈ, ਯਾਨੀ ਕਿ એનર્ਜੀ ਰਿਲੀਜ਼ ਹੁੰਦੀ ਹੈ। ਸੋ ਦੈਟਸ ਵਾਈ ਮਾਈਟੋਕੌਂਡਰੀਆ ਇਜ਼ ਨੋਨ ਐਜ਼ ਪਾਵਰ ਹਾਊਸ ਆਫ ਦਾ ਸੈੱਲ। ਅੱਗੋਂ ਹੁਣ ਗੱਲ ਕਰਦੇ ਹਾਂ ਰੈਸਪੀਰੇਸ਼ਨ ਇਨ ਯੂਨੀਸੈਲੂਲਰ ਆਰਗੈਨਿਜ਼ਮਸ। ਯੂਨੀਸੈਲੂਲਰ ਆਰਗੈਨਿਜ਼ਮਸ ਦੇ ਅੰਦਰ ਕੋਈ ਸਪੈਸ਼ਲਾਈਜ਼ਡ ਰੈਸਪੀਰੇਟਰੀ ਸਿਸਟਮ ਤਾਂ ਹੁੰਦਾ ਨਹੀਂ, ਕਿਉਂਕਿ ਇਹ ਤਾਂ ਸਿੰਗਲ ਸੈੱਲ ਆਰਗੈਨਿਜ਼ਮ ਹੁੰਦੇ ਆ। ਤੇ ਫਿਰ ਇਹਨਾਂ 'ਚ ਰੈਸਪੀਰੇਸ਼ਨ ਕਿੱਦਾਂ ਹੁੰਦੀ ਹੈ, ਆਓ ਡਾਇਗਰਾਮ ਦੀ ਹੈਲਪ ਨਾਲ ਦੇਖਦੇ ਹਾਂ। ਆ ਸਾਡੇ ਕੋਲ 2 ਆਰਗੈਨਿਜ਼ਮਸ ਨੇ, ਇੱਕ ਹੈਗਾ ਅਮੀਬਾ ਤੇ ਦੂਜਾ ਹੈਗਾ ਪੈਰਾਮੀਸ਼ੀਅਮ। ਦੋਨੋਂ ਹੀ ਯੂਨੀਸੈਲੂਲਰ ਆਰਗੈਨਿਜ਼ਮ ਨੇ, ਯਾਨੀ ਕਿ ਸਿੰਗਲ ਸੈਲਡ ਆਰਗੈਨਿਜ਼ਮਸ ਨੇ। ਇਹਨਾਂ ਦੇ ਵਿੱਚ ਕੀ ਹੁੰਦਾ ਕਿ ਡਿਫਿਊਜ਼ਨ ਆਫ ਗੈਸਿਸ ਜਿਹੜੀਆਂ ਨੇ ਨਾ ਉਹ ਇਹਨਾਂ ਦੇ ਜਨਰਲ ਬਾਡੀ ਸਰਫੇਸ ਦੇ ਥਰੂ ਹੁੰਦਾ। ਜਿੱਦਾਂ ਕਿ ਆਪਾਂ ਅਮੀਬਾ ਦੀ ਗੱਲ ਕਰਦੇ ਹਾਂ, ਇਸ ਅਮੀਬਾ ਦਾ ਜਨਰਲ ਬਾਡੀ ਸਰਫੇਸ ਹੈ ਤੇ ਇਹਦੇ ਬਾਹਰ ਕੀ ਹੈ, ਐਟਮੋਸਫੇਰਿਕ ਏਅਰ ਆ, ਠੀਕ ਹੈ। ਇਹ ਜਿਹੜੀ ਐਟਮੋਸਫੇਰਿਕ ਏਅਰ ਹੈ ਇਹਦੇ ਵਿੱਚ ਕੀ ਹੋਊਗਾ ਕਿ ਆਕਸੀਜਨ ਦੀ ਕੰਸੈਂਟਰੇਸ਼ਨ ਜਿਹੜੀ ਆ ਉਹ ਜ਼ਿਆਦਾ ਹੋਊਗੀ ਔਰ ਅਮੀਬਾ ਦੇ ਅੰਦਰ ਆਕਸੀਜਨ ਦੀ ਕੰਸੈਂਟਰੇਸ਼ਨ ਘਟਦੀ ਜਾਂਦੀ ਹੈ। ਕਿਉਂਕਿ ਆਕਸੀਜਨ ਅੰਦਰ ਯੂਜ਼ ਹੁੰਦੀ ਰਹਿੰਦੀ ਰੈਸਪੀਰੇਸ਼ਨ 'ਚ। ਸੋ ਡਿਫਿਊਜ਼ਨ 'ਚ ਕੀ ਹੁੰਦਾ ਕਿ ਜਿਹੜੀਆਂ ਵੀ ਗੈਸਿਸ ਹੁੰਦੀਆਂ ਨੇ ਉਹਨਾਂ ਨੇ ਆਪਣੀ ਹਾਈ ਕੰਸੈਂਟਰੇਸ਼ਨ ਟੂ ਲੋ ਕੰਸੈਂਟਰੇਸ਼ਨ ਜਾਣਾ ਹੁੰਦਾ। ਜਦੋਂ ਹੁਣ ਆਕਸੀਜਨ ਦੀ ਕੰਸੈਂਟਰੇਸ਼ਨ ਜਿਹੜੀ ਆ ਉਹ ਐਟਮੋਸਫੇਰਿਕ ਏਅਰ 'ਚ ਜ਼ਿਆਦਾ ਹੈ ਔਰ ਸੈੱਲ ਦੇ ਅੰਦਰ ਘੱਟ ਹੈ,
ਤਾਂ ਇਹ ਜਿਹੜੀ ਆਕਸੀਜਨ ਹੈ ਇਹ ਆਪਣੀ ਹਾਈ ਕੰਸਨਟ੍ਰੇਸ਼ਨ ਟੂ ਲੋ ਕੰਸਨਟ੍ਰੇਸ਼ਨ ਮੂਵ ਕਰ ਜੂਗੀ, ਯਾਨੀ ਕਿ ਸੈੱਲ ਦੇ ਅੰਦਰ ਚਲੀ ਜਾਊਗੀ। ਸੈੱਲ ਦੇ ਅੰਦਰ ਰੈਸਪੀਰੇਸ਼ਨ ਹੋ ਰਹੀ ਹੈ, ਕਾਰਬਨ ਡਾਈਆਕਸਾਈਡ ਦੀ ਫਾਰਮੇਸ਼ਨ ਹੋ ਰਹੀ ਹੈ। ਸੋ ਸੈੱਲ ਦੇ ਅੰਦਰ ਹਮੇਸ਼ਾ ਕਾਰਬਨ ਡਾਈਆਕਸਾਈਡ ਦੀ ਕੰਸਨਟ੍ਰੇਸ਼ਨ ਜ਼ਿਆਦਾ ਰਹੂਗੀ। ਸੋ ਕਾਰਬਨ ਡਾਈਆਕਸਾਈਡ ਆਪਣੀ ਹਾਈ ਕੰਸਨਟ੍ਰੇਸ਼ਨ ਟੂ ਲੋ ਕੰਸਨਟ੍ਰੇਸ਼ਨ ਜਦੋਂ ਮੂਵ ਕਰੂਗੀ ਤਾਂ ਕੀ ਹੋਊਗਾ ਕਿ ਇਹ ਕਾਰਬਨ ਡਾਈਆਕਸਾਈਡ ਜਿਹੜੀ ਆ ਉਹ ਸੈੱਲ ਤੋਂ ਬਾਹਰ ਐਟਮੋਸਫੇਰਿਕ ਏਅਰ ਵੱਲ ਨੂੰ ਮੂਵ ਕਰ ਜਾਊਗੀ। ਸੋ ਅਲੋਂਗ ਦਾ ਕੰਸਨਟ੍ਰੇਸ਼ਨ ਗ੍ਰੇਡੀਐਂਟ ਆਕਸੀਜਨ ਐਟਮੋਸਫੇਰਿਕ ਏਅਰ ਤੋਂ ਸੈੱਲ ਦੇ ਅੰਦਰ ਚਲੀ ਜਾਂਦੀ ਹੈ ਤੇ ਕਾਰਬਨ ਡਾਈਆਕਸਾਈਡ ਜਿਹੜੀ ਆ ਉਹ ਜਿੱਦਾਂ ਜਿੱਦਾਂ ਸੈੱਲ ਦੇ ਅੰਦਰ ਬਣਦੀ ਰਹਿੰਦੀ ਹੈ ਉਹ ਬਾਹਰ ਨਿਕਲਦੀ ਰਹਿੰਦੀ ਹੈ। ਸੋ ਕੋਈ ਵੀ ਯੂਨੀਸੈਲੂਲਰ ਆਰਗੇਨਿਜ਼ਮਸ ਹੋ ਜਾਣ, ਚਾਹੇ ਅਮੀਬਾ ਹੈ, ਚਾਹੇ ਪੈਰਾਮੀਸ਼ੀਅਮ ਹੈ, ਚਾਹੇ ਕਲੋਮਾਈਡੋਮਨਾਸ ਹੈ, ਚਾਹੇ ਕਿਸੇ ਤਰ੍ਹਾਂ ਦੇ ਹੋਰ ਆਰਗੇਨਿਜ਼ਮਸ ਨੇ, ਉਹਨਾਂ ਦੇ ਵਿੱਚ ਸਿੰਪਲੀ ਡਿਫਿਊਜ਼ਨ ਆਫ ਗੈਸਿਸ ਜਿਹੜੀਆਂ ਨੇ ਨਾ ਏਯੂ ਰੈਸਪੀਰੇਸ਼ਨ ਦਾ ਕੰਮ ਕਰਦੀਆਂ ਨੇ। ਸੋ ਕਿਸੇ ਵੀ ਚੰਗੇ ਰੈਸਪੀਰੇਟਰੀ ਸਰਫੇਸ ਦੀਆਂ ਕੀ ਕਰੈਕਟਰਿਸਟਿਕਸ ਹੋਣੀਆਂ ਚਾਹੀਦੀਆਂ? ਆ 4 ਚੀਜ਼ਾਂ ਹੋਣੀਆਂ ਚਾਹੀਦੀਆਂ। ਪਹਿਲੀ ਗੱਲ, ਸਰਫੇਸ ਏਰੀਆ ਜ਼ਿਆਦਾ ਹੋਣਾ ਚਾਹੀਦਾ। ਦੇਖੋ ਜਿੰਨਾ ਜ਼ਿਆਦਾ ਸਰਫੇਸ ਏਰੀਆ ਹੋਏਗਾ ਓਨੀ ਰੈਸਪੀਰੇਸ਼ਨ ਦੀ ਰੇਟ ਜਿਹੜੀ ਆ ਉਹ ਫਾਸਟ ਹੋਊਗੀ। ਐਂਡ ਰੈਸਪੀਰੇਟਰੀ ਸਰਫੇਸ ਬਹੁਤ ਥਿਨ ਐਂਡ ਫਾਈਨ ਹੋਣਾ ਚਾਹੀਦਾ। ਜਿੰਨਾ ਥਿਨ ਹੋਏਗਾ ਗੈਸਿਸ ਜਿਹੜੀਆਂ ਨੇ ਓਨੀ ਈਜ਼ੀਲੀ ਡਿਫਿਊਜ਼ ਇਨ ਕਰਨਗੀਆਂ ਐਂਡ ਡਿਫਿਊਜ਼ ਆਊਟ ਕਰਨਗੀਆਂ। ਐਂਡ ਹਾਈਲੀ ਵੈਸਕੂਲਰ, ਯਾਨੀ ਕਿ ਬਲੱਡ ਸਪਲਾਈ ਕਿਸੇ ਵੀ ਰੈਸਪੀਰੇਟਰੀ ਸਰਫੇਸ ਦੇ ਵਿੱਚ ਬਹੁਤ ਜ਼ਿਆਦਾ ਹੋਣੀ ਚਾਹੀਦੀ ਹੈ। ਔਰ ਰੈਸਪੀਰੇਟਰੀ ਸਰਫੇਸ ਹਮੇਸ਼ਾ ਮੋਇਸਟ ਹੋਣਾ ਚਾਹੀਦਾ, ਯਾਨੀ ਕਿ ਗਿੱਲਾ ਗਿੱਲਾ ਹੋਣਾ ਚਾਹੀਦਾ। ਆਹ ਹੁਣ ਗੱਲ ਕਰਦੇ ਹਾਂ ਜਿਹੜੇ ਅਰਥਵਾਰਮਸ ਹੁੰਦੇ ਨੇ ਉਹਨਾਂ 'ਚ ਕਿੱਦਾਂ ਰੈਸਪੀਰੇਸ਼ਨ ਹੁੰਦੀ ਹੈ। ਦੇਖੋ ਅਸੀਂ ਜਦੋਂ ਵੀ ਕਿਸੇ ਅਰਥਵਾਰਮ ਨੂੰ ਜਾਂ ਗੰਡੋਏ ਨੂੰ ਦੇਖਦੇ ਹਾਂ ਉਹ ਹਮੇਸ਼ਾ ਸਾਨੂੰ ਗਿੱਲੇ ਗਿੱਲੇ ਜਿਹੇ ਨਜ਼ਰ ਆਉਂਦੇ ਹੈ ਨਾ। ਸੋ ਇਹ ਗਿੱਲੇ ਗਿੱਲੇ ਕਿਉਂ ਆ? ਮੋਇਸਟ ਆ। ਦੂਜੀ ਗੱਲ ਕੀ ਹੈ ਵੀ ਇਹਨਾਂ ਦੀ ਜਿਹੜੀ ਸਕਿਨ ਹੁੰਦੀ ਆ ਬਹੁਤ ਜ਼ਿਆਦਾ ਥਿਨ ਹੁੰਦੀ ਹੈ ਔਰ ਹਾਈਲੀ ਵੈਸਕੂਲਰ ਹੁੰਦੀ ਹੈ, ਇਹਦੇ 'ਚ ਬਹੁਤ ਜ਼ਿਆਦਾ ਬਲੱਡ ਸਪਲਾਈ ਹੁੰਦੀ ਹੈ। ਸੋ ਸਰਫੇਸ ਏਰੀਆ ਵੀ ਜ਼ਿਆਦਾ, ਥਿਨ ਵੀ ਆ, ਵੈਸਕੂਲਰ ਵੀ ਆ, ਮੋਇਸਟ ਵੀ ਆ, ਯਾਨੀ ਕਿ ਇੱਕ ਅੱਛੇ ਰੈਸਪੀਰੇਟਰੀ ਸਰਫੇਸ ਦੇ ਸਾਰੇ ਗੁਣ ਜਿਹੜੇ ਨੇ ਉਹ ਗੰਡੋਏ ਦੀ ਸਕਿਨ 'ਚ ਹੁੰਦੇ ਆ। ਇਸ ਕਰਕੇ ਸਿੰਪਲੀ ਕੀ ਹੁੰਦਾ ਕਿ ਐਟਮੋਸਫੇਅਰ ਵਿੱਚੋਂ ਆਕਸੀਜਨ ਜਿਹੜੀ ਆ ਉਹ ਆਪਣੀ ਹਾਈ ਕੰਸਨਟ੍ਰੇਸ਼ਨ ਟੂ ਲੋ ਕੰਸਨਟ੍ਰੇਸ਼ਨ ਮੂਵ ਕਰ ਜਾਂਦੀ ਹੈ, ਯਾਨੀ ਕਿ ਜਿਹੜਾ ਅਰਥਵਾਰਮ ਹੈ ਉਹਦੇ ਜਨਰਲ ਬੋਡੀ ਸਰਫੇਸ ਦੇ ਥਰੂ ਐਂਟਰ ਕਰ ਜਾਂਦੀ ਹੈ। ਇਸੇ ਤਰ੍ਹਾਂ ਹੀ ਇਹਦੇ ਅੰਦਰ ਜਿੰਨੀ ਕਾਰਬਨ ਡਾਈਆਕਸਾਈਡ ਰੈਸਪੀਰੇਸ਼ਨ 'ਚ ਪ੍ਰੋਡਿਊਸ ਹੁੰਦੀ ਹੈ ਉਹ ਵੀ ਆਪਣੀ ਕੰਸਨਟ੍ਰੇਸ਼ਨ ਗ੍ਰੇਡੀਐਂਟ ਦੇ ਅਲੋਂਗ ਹੀ ਬਾਹਰ ਵੱਲ ਨੂੰ ਮੂਵ ਕਰ ਜਾਂਦੀ ਹੈ। ਸੋ ਸਿੰਪਲ ਸਕਿਨ ਦੇ ਥਰੂ ਆਕਸੀਜਨ ਦਾ ਅੰਦਰ ਐਂਟਰ ਕਰ ਜਾਣਾ ਤੇ ਕਾਰਬਨ ਡਾਈਆਕਸਾਈਡ ਦਾ ਬਾਹਰ ਮੂਵ ਕਰ ਜਾਣਾ, ਇਹੋ ਜਿਹੀ ਰੈਸਪੀਰੇਸ਼ਨ ਨੂੰ ਅਸੀਂ ਕਹਿੰਦੇ ਹਾਂ ਕੁਟੇਨੀਅਸ ਰੈਸਪੀਰੇਸ਼ਨ, ਜਿਹੜੀ ਕਿ ਅਰਥਵਾਰਮ ਯਾਨੀ ਕਿ ਗੰਡੋਏ ਜਾਂ ਜੌਂਕਾਂ ਨਹੀਂ ਹੁੰਦੀਆਂ ਜਿਹੜੀਆਂ ਜਿਨ੍ਹਾਂ ਨੂੰ ਅਸੀਂ ਲੀਚ ਕਹਿੰਦੇ ਆ, ਉਹਨਾਂ 'ਚ ਵੀ ਇਹੋ ਜਿਹੀ ਰੈਸਪੀਰੇਸ਼ਨ ਮਿਲਦੀ ਆ। ਆਓ ਹੁਣ ਗੱਲ ਕਰਦੇ ਹਾਂ ਕਿ ਇਨਸੈਕਟਸ ਦੇ ਅੰਦਰ ਯਾਨੀ ਕਿ ਕੀੜੇ ਮਕੌੜਿਆਂ ਦੇ ਅੰਦਰ ਰੈਸਪੀਰੇਸ਼ਨ ਕਿੱਦਾਂ ਹੁੰਦੀ ਹੈ। ਇੱਥੇ ਸਾਨੂੰ ਜਿਹੜੇ ਹੈਗੇ ਨੇ ਇਨਸੈਕਟਸ ਉਹਨਾਂ ਦਾ ਥੋੜ੍ਹਾ ਜਿੰਨਾ ਰੈਸਪੀਰੇਸ਼ਨ ਦਾ ਸਿਸਟਮ ਜਿਹੜਾ ਉਹ ਦਿਖਦਾ ਵੀ ਪਿਆ। ਹੁੰਦਾ ਕੀ ਹੈ ਕਿ ਇਨਸੈਕਟਸ ਦੀ ਬਾਡੀ ਦੇ ਉੱਤੇ ਬਹੁਤ ਸਾਰੇ ਛੋਟੇ 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 ਜਿਹੇ ਪੋਰਸ ਹੁੰਦੇ ਜਿਨ੍ਹਾਂ ਨੂੰ ਅਸੀਂ ਸਪਾਇਰਿਕਲਸ ਕਹਿੰਦੇ ਹਾਂ। ਠੀਕ ਹੈ ਜੀ, ਸਪਾਇਰਿਕਲਸ ਇਹ ਪੂਰੀ ਬਾਡੀ ਦੇ ਵਿੱਚ ਡਿਸਟਰੀਬਿਊਟਡ ਹੁੰਦੇ ਨੇ ਤੇ ਇਹ ਜਿਹੜੇ ਪੋਰਸ ਹੁੰਦੇ ਨੇ ਸਪਾਇਰਿਕਲਸ ਇਹ ਅੱਗੋਂ ਜਾ ਕੇ ਕੁਝ ਜਿਹੜੀਆਂ ਟਿਊਬਸ ਨੇ ਜਿਨ੍ਹਾਂ ਨੂੰ ਅਸੀਂ ਟਰੈਕੀਆ ਕਹਿੰਦੇ ਆ ਉਹਦੇ 'ਚ ਲੀਡ ਕਰਦੇ ਆ। ਸੋ ਸਪਾਇਰਿਕਲਸ ਲੀਡ ਟੂ ਟਰੈਕੀਆ। ਇਹ ਜਿਹੜੇ ਟਰੈਕੀਆ ਨੇ ਇਹ ਅੱਗੋਂ ਫਰਦਰ ਬ੍ਰਾਂਚ ਕਰ ਦੇਣਗੇ ਤੇ ਬਹੁਤ ਸਾਰੀਆਂ ਬ੍ਰਾਂਚਿਸ ਨਿਕਲਣਗੀਆਂ ਜਿਹਨੂੰ ਕਿ ਅਸੀਂ ਟਰੈਕੀਓਲਸ ਕਹਿ ਸਕਦੇ ਹਾਂ। ਫਿਰ ਆ ਜਿਹੜੇ ਟਰੈਕੀਓਲਸ ਨੇ ਇਹ ਆਕਸੀਜਨ ਨੂੰ ਲੈ ਕੇ ਜਾਣਗੇ ਮਸਲਸ ਤੱਕ। ਸੋ ਜਿਹੜੀ ਹਵਾ ਅੰਦਰ ਜਾਊਗੀ ਉਹਦੇ 'ਚ ਆਕਸੀਜਨ ਜ਼ਿਆਦਾ ਹੋਊਗੀ, ਉਹ ਸਪਾਇਰਿਕਲ ਤੋਂ ਟਰੈਕੀਆ ਤੋਂ ਟਰੈਕੀਓਲਸ ਤੋਂ ਹੁੰਦੀ ਹੋਈ ਮਸਲਸ ਤੱਕ ਪਹੁੰਚੂਗੀ ਤੇ ਮਸਲਸ ਦੇ ਵਿੱਚ ਬਣੀ ਹੋਈ ਕਾਰਬਨ ਡਾਈਆਕਸਾਈਡ ਇੱਥੋਂ ਫਿਰ ਟਰੈਕੀਓਲਸ ਤੋਂ ਟਰੈਕੀਆ ਤੇ ਫਿਰ ਸਪਾਇਰਿਕਲਸ ਤੋਂ ਹੁੰਦੀ ਹੋਈ ਫਿਰ ਬਾਡੀ 'ਚੋਂ ਬਾਹਰ ਨਿਕਲ ਜਾਊਗੀ। ਇੱਦਾਂ ਕੀੜਿਆਂ ਮਕੌੜਿਆਂ ਦੇ ਅੰਦਰ ਰੈਸਪੀਰੇਸ਼ਨ ਹੁੰਦੀ ਹੈ। ਹੁਣ ਅਸੀਂ ਗੱਲ ਕਰਦੇ ਹਾਂ ਰੈਸਪੀਰੇਸ਼ਨ ਇਨ ਇਕੁਐਟਿਕ ਐਨੀਮਲਸ, ਯਾਨੀ ਕਿ ਪਾਣੀ 'ਚ ਰਹਿਣ ਵਾਲੇ ਜਿਹੜੇ ਐਨੀਮਲਸ ਨੇ ਉਹਨਾਂ ਦੇ ਵਿੱਚ ਰੈਸਪੀਰੇਸ਼ਨ ਕਿੱਦਾਂ ਹੁੰਦੀ ਆ। ਇਹਦੇ ਲਈ ਤੁਸੀਂ ਇੱਕ ਐਕਟੀਵਿਟੀ ਵੀ ਕਰਕੇ ਵੇਖ ਸਕਦੇ ਹੋ। ਤੁਸੀਂ ਇੱਕ ਇਕੁਏਰੀਅਮ 'ਚ ਫਿਸ਼ ਦੇਖੋ ਤੇ ਦੇਖੋ ਵੀ ਉਹ ਕਿੰਨੀ ਵਾਰੀ ਆਪਣਾ ਮੂੰਹ ਖੋਲਦੀ ਆ ਤੇ ਬੰਦ ਕਰਦੀ ਆ ਤੇ ਉਹਦੀਆਂ ਅੱਖਾਂ ਦੇ ਪਿੱਛੇ ਜਿਹੜੀਆਂ ਗਿਲ ਸਲਿਟਸ ਦੀ ਜਾਂ ਓਪਰਕੁਲਮ ਦੀ ਓਪਨਿੰਗ ਹੁੰਦੀ ਹੈ ਉਹ ਵੀ ਦੇਖੋ ਵੀ ਉਹ ਕਿੰਨੀ ਵਾਰੀ ਖੁੱਲਦੀ ਆ ਤੇ ਬੰਦ ਹੁੰਦੀ ਆ। ਤੇ ਨਾਲੇ ਇਹ ਵੀ ਨੋਟ ਕਰੋ ਵੀ ਜਦੋਂ ਮੂੰਹ ਖੁੱਲਦਾ ਉਦੋਂ ਗਿਲ ਸਲਿਟਸ ਦੀ ਜਿਹੜੀ ਓਪਨਿੰਗ ਆ ਯਾਨੀ ਕਿ ਓਪਰਕੁਲਮ ਖੁੱਲਦਾ ਕਿ ਬੰਦ ਹੁੰਦਾ। ਤੁਸੀਂ ਕੀ ਦੇਖੋਗੇ ਕਿ ਜਦੋਂ ਮੂੰਹ ਖੁੱਲੂਗਾ ਉਦੋਂ ਓਪਰਕੁਲਮ ਬੰਦ ਹੋਊਗਾ, ਜਦੋਂ ਮੂੰਹ ਬੰਦ ਹੋ ਜਾਊਗਾ ਤੇ ਓਪਰਕੁਲਮ ਖੁੱਲ ਜਾਊਗਾ। ਇਹ ਬੜੇ ਕੋਆਰਡੀਨੇਟਡ ਪੈਟਰਨ ਦੇ ਨਾਲ ਇਹਨਾਂ ਦੀ ਓਪਨਿੰਗ ਤੇ ਕਲੋਜ਼ਿੰਗ ਜਿਹੜੀ ਆ ਉਹ ਰਿਦਮਿਕਲੀ ਚੱਲਦੀ ਰਹਿੰਦੀ ਆ।
ਨਾਲ ਹੀ ਤੁਸੀਂ ਕਾਊਂਟ ਕਰ ਸਕਦੇ ਹੋ ਵੀ 1 ਮਿੰਟ ਦੇ ਵਿੱਚ ਕਿੰਨੀ ਵਾਰੀ ਜਿਹੜੀ ਮੱਛਲੀ ਆ ਉਹਨੇ ਆਪਣਾ ਮੂੰਹ ਖੋਲ੍ਹਿਆ ਤੇ ਬੰਦ ਕੀਤਾ। ਤੇ ਨਾਲ ਹੀ ਜਿੰਨੀ ਵਾਰੀ ਮੱਛਲੀ ਮੂੰਹ ਖੋਲਦੀ ਬੰਦ ਕਰਦੀ, ਇਹਨੂੰ ਤੁਸੀਂ ਆਪਣੇ ਵੀ ਸਾਹ ਲੈਣ ਤੇ ਸਾਹ ਕੱਢਣ ਦੇ ਟਾਈਮ ਦੇ ਨਾਲ ਕੰਪੇਅਰ ਕਰਕੇ ਵੇਖ ਸਕਦੇ ਹੋ। ਸੋ ਪਹਿਲੀ ਗੱਲ ਤੇ ਇਹ ਕਲੀਅਰ ਹੁੰਦੀ ਹੈ ਕਿ ਜਿਹੜੀ ਮੱਛਲੀ ਹੈ ਇਹ ਪਾਣੀ ਦੇ ਵਿੱਚ ਦੀ ਡਿਜ਼ੋਲਵਡ ਆਕਸੀਜਨ ਆਪਣੇ ਰੈਸਪੀਰੇਸ਼ਨ ਦੇ ਲਈ ਯੂਜ਼ ਕਰਦੀ। ਦੇਖੋ ਜੀ, ਇਹ ਹੈ ਹੀ ਇਕੁਐਟਿਕ ਆ ਐਨੀਮਲ, ਇਹਨੇ ਹੁਣ ਬਾਹਰ ਆ ਕੇ ਤੇ ਸਾਹ ਲੈਣਾ ਨਹੀਂ, ਇਹਨੇ ਤੇ ਫਿਰ ਹੁਣ ਪਾਣੀ ਦੇ ਵਿੱਚੋਂ ਹੀ ਸਾਹ ਲੈਣਾ ਨਾ। ਸੋ ਮੂੰਹ ਦੇ ਥਰੂ ਪਾਣੀ ਜਾਊਗਾ ਅੰਦਰ, ਲੇਕਿਨ ਇਸ ਪਾਣੀ ਨੇ ਗੱਟ 'ਚ ਨਹੀਂ ਜਾਣਾ, ਐਲੀਮੈਂਟਰੀ ਕਨਾਲ 'ਚ ਨਹੀਂ ਜਾਣਾ। ਇਹਨੇ ਇਹਦੇ ਮੱਛਲੀ ਦੇ ਆ ਦੋਨੋਂ ਲੇਟਰਲ ਸਾਈਡਸ ਵੱਲ ਨੂੰ ਚਲੇ ਜਾਣਾ ਤੇ ਇੱਥੇ ਪਈਆਂ ਹੁੰਦੀਆਂ ਗਿਲਸ, ਠੀਕ ਹੈ। ਉਹਦੇ ਉੱਤੇ ਇੱਕ ਢੱਕਣ ਜਿਹਾ ਲੱਗਾ ਹੁੰਦਾ ਜਿਹਨੂੰ ਅਸੀਂ ਉਸ ਫਲੈਪ ਨੂੰ ਅਸੀਂ ਕਹਿੰਦੇ ਓਪਰਕੁਲਮ, ਤੇ ਓਪਰਕੁਲਮ ਦੇ ਥੱਲੇ ਐਦਾਂ ਕਰਕੇ ਜਿਹੜੀਆਂ ਗਿਲਸ ਨੇ ਨਾ ਉਹ ਅਰੇਂਜਡ ਹੁੰਦੀਆਂ। ਸੋ ਇਹਨਾਂ ਦੇ ਜਿਹੜੀਆਂ ਗਿਲ ਸਲਿਟਸ ਨੇ ਇਹਨਾਂ ਦੇ ਵਿੱਚ ਬਲੱਡ ਫਲੋ ਕਰਦਾ ਹੁੰਦਾ। ਸੋ ਇਧਰੋਂ ਜਿਹੜਾ ਮੂੰਹ 'ਚੋਂ ਪਾਣੀ ਜਾਣਾ ਉਸ ਪਾਣੀ ਨੇ ਇਹਨਾਂ ਗਿਲਸ ਦੇ ਵਿੱਚੋਂ ਦੀ ਹੁੰਦੇ ਹੋਏ ਓਪਰਕੁਲਮ ਥਾਣੀ ਬਾਹਰ ਨਿਕਲ ਜਾਣਾ। ਸੋ ਜਿਹੜਾ ਪਾਣੀ ਅੰਦਰ ਜਾਊਗਾ ਉਹ ਆਕਸੀਜਨ ਰਿਚ ਹੋਊਗਾ ਤੇ ਇੱਥੇ ਜਿਹੜਾ ਗਿਲਸ ਦੇ ਵਿੱਚ ਬਲੱਡ ਫਲੋ ਕਰਦਾ ਪਿਆ ਉਹਨੂੰ ਇਹ ਆਕਸੀਜਨ ਮਿਲ ਜੂਗੀ। ਉਹ ਜਿਹੜਾ ਬਲੱਡ ਹੈ ਆਕਸੀਜਨ ਲੈ ਕੇ ਤੇ ਆਪਣੀ ਕਾਰਬਨ ਡਾਈਆਕਸਾਈਡ ਇਸ ਪਾਣੀ ਨੂੰ ਦੇ ਕੇ ਗਾਂ ਚਲਾ ਜਾਊਗਾ। ਹੁਣ ਇਹ ਜਿਹੜਾ ਪਾਣੀ ਹੈ ਇਹ 'ਚ ਕਾਰਬਨ ਡਾਈਆਕਸਾਈਡ ਜ਼ਿਆਦਾ ਹੋਗੀ ਤੇ ਇਹ ਪਾਣੀ ਜਿਹੜਾ ਬਾਹਰ ਨਿਕਲ ਆਊਗਾ। ਸੋ ਆਕਸੀਜਨ ਰਿਚ ਪਾਣੀ ਜਿਹੜਾ ਉਹ ਮੂੰਹ ਦੇ ਥਰੂ ਐਂਟਰ ਕਰੂਗਾ ਤੇ ਕਾਰਬਨ ਡਾਈਆਕਸਾਈਡ ਰਿਚ ਪਾਣੀ ਜਿਹੜਾ ਇੱਥੋਂ ਬਾਹਰ ਨਿਕਲੂਗਾ। ਹੋ ਗਿਆ ਨਾ ਫਿਰ ਗੈਸੀਅਸ ਐਕਸਚੇਂਜ, ਆਕਸੀਜਨ ਦੇਤੀ ਤੇ ਕਾਰਬਨ ਡਾਈਆਕਸਾਈਡ ਲੈ ਲਈ। ਹੁਣ ਆਪਾਂ ਜਿੱਦਾਂ ਪਹਿਲਾਂ ਵੀ ਗੱਲ ਕੀਤੀ ਹੈ ਵੀ ਜਿਹੜੀ ਮੱਛਲੀ ਆ ਜਾਂ ਜਿਹੜੇ ਹੋਰ ਇਕੁਐਟਿਕ ਐਨੀਮਲਸ ਆ, ਪਾਣੀ 'ਚ ਰਹਿਣ ਵਾਲੇ ਜੀਵ ਨੇ, ਉਹ ਕੀ ਯੂਜ਼ ਕਰਦੇ ਆ? ਆਕਸੀਜਨ ਡਿਜ਼ੋਲਵਡ ਇਨ ਵਾਟਰ ਯੂਜ਼ ਕਰਦੇ ਆ, ਯਾਨੀ ਕਿ ਪਾਣੀ ਦੇ ਵਿੱਚ ਜਿਹੜੀ ਘੁਲੀ ਹੋਈ ਆਕਸੀਜਨ ਆ ਉਹਨੂੰ ਆਪਣੇ ਸਾਹ ਦੇ ਲਈ ਯੂਜ਼ ਕਰਦੇ ਆ। ਤੇ ਜੇ ਅਸੀਂ ਇਸ ਅਮਾਊਂਟ ਆਫ ਡਿਜ਼ੋਲਵਡ ਆਕਸੀਜਨ ਨੂੰ ਕੰਪੇਅਰ ਕਰੀਏ ਵੀ ਕਿੰਨੀ ਹਵਾ ਦੇ ਵਿੱਚ ਆਕਸੀਜਨ ਹੁੰਦੀ ਹੈ, ਤੇ ਆਪਾਂ ਇਹ ਈਜ਼ੀਲੀ ਕਹਿ ਸਕਦੇ ਹਾਂ ਵੀ ਹਵਾ ਦੇ ਵਿੱਚ ਹਮੇਸ਼ਾ ਆਕਸੀਜਨ ਜਿਹੜੀ ਆ ਉਹਦਾ ਅਮਾਊਂਟ ਜ਼ਿਆਦਾ ਹੋਊਗਾ ਐਜ਼ ਕੰਪੇਅਰ ਟੂ ਦਾ ਅਮਾਊਂਟ ਆਫ ਆਕਸੀਜਨ ਡਿਜ਼ੋਲਵਡ ਇਨ ਵਾਟਰ। ਉਹਦੇ ਕਰਕੇ ਕੀ ਆ ਵੀ ਜਿੰਨੇ ਵੀ ਇਕੁਐਟਿਕ ਆਰਗੇਨਿਜ਼ਮਸ ਹੁੰਦੇ ਨੇ ਉਹਨਾਂ ਨੂੰ ਜ਼ਮੀਨ 'ਤੇ ਰਹਿਣ ਵਾਲੇ ਯਾਨੀ ਕਿ ਜਿਹੜੇ ਟਰਸਟਰੀਅਲ ਆਰਗੇਨਿਜ਼ਮਸ ਨੇ ਉਹਨਾਂ ਦੇ ਕੰਪੈਰੇਟਿਵਲੀ ਬਹੁਤ ਜਲਦੀ ਸਾਹ ਲੈਣਾ ਪੈਂਦਾ, ਯਾਨੀ ਕਿ ਉਹਨਾਂ ਦੀ ਰੇਟ ਆਫ ਬਰੀਥਿੰਗ ਬਹੁਤ ਜ਼ਿਆਦਾ ਹੁੰਦੀ ਹੈ। ਇਸੇ ਕਰਕੇ ਜਦੋਂ ਅਸੀਂ ਇੱਕ ਮੱਛਲੀ ਦਾ ਮੂੰਹ ਖੋਲ੍ਹਣ ਦਾ ਤੇ ਬੰਦ ਕਰਨ ਦਾ ਟਾਈਮ ਨੋਟ ਕਰਦੇ ਹਾਂ ਤੇ ਅਸੀਂ ਦੇਖਦੇ ਹਾਂ ਵੀ ਇਹ ਬਹੁਤ ਜਲਦੀ ਆਪਣਾ ਮੂੰਹ ਖੋਲ੍ਹਦੀ ਹੈ ਤੇ ਬੰਦ ਕਰਦੀ ਹੈ ਤਾਂ ਕਿ ਜ਼ਿਆਦਾ ਤੋਂ ਜ਼ਿਆਦਾ ਜਿਹੜਾ ਪਾਣੀ ਆ ਉਹ ਅੰਦਰ ਆਕਸੀਜਨ ਲੈ ਕੇ ਜਾ ਸਕੇ ਤੇ ਉਸ ਪਾਣੀ ਤੋਂ ਇਹਨਾਂ ਦਾ ਜਿਹੜਾ ਬਲੱਡ ਆ ਉਹ ਆਕਸੀਜਨ ਜਿਹੜੀ ਆ ਉਹ ਪਿਕਅਪ ਕਰ ਸਕੇ। ਸੋ ਇਹਨਾਂ ਦੇ ਅੰਦਰ ਯਾਨੀ ਕਿ ਇਕੁਐਟਿਕ ਆਰਗੇਨਿਜ਼ਮ ਦੇ ਅੰਦਰ ਰੇਟ ਆਫ ਬਰੀਥਿੰਗ ਜਿਹੜੀ ਆ ਬਹੁਤ ਜ਼ਿਆਦਾ ਹੁੰਦੀ ਹੈ ਐਜ਼ ਕੰਪੇਅਰ ਟੂ ਟਰਸਟਰੀਅਲ ਆਰਗੇਨਿਜ਼ਮਸ। ਹੁਣ ਅਸੀਂ ਦੇਖਦੇ ਹਾਂ ਹਿਊਮਨ ਰੈਸਪੀਰੇਟਰੀ ਸਿਸਟਮ। ਹੁਣ ਜਿਹੜਾ ਸਾਡਾ ਰੈਸਪੀਰੇਟਰੀ ਸਿਸਟਮ ਆ ਉਹ ਇੱਥੋਂ ਨੋਸਟ੍ਰਿਲਸ ਤੋਂ, ਜਿਹਨੂੰ ਅਸੀਂ ਨਾਸਿਕਾ ਕਹਿ ਦਿੰਦੇ ਹਾਂ, ਉੱਥੋਂ ਸ਼ੁਰੂ ਹੁੰਦਾ, ਯਾਨੀ ਕਿ ਸਾਡੇ ਨੱਕ ਦੇ ਇੱਥੇ ਜਿਹੜੇ 2 ਸੁਰਾਖ ਹੁੰਦੇ ਨੇ ਨਾ ਇੱਥੋਂ ਸ਼ੁਰੂ ਹੁੰਦਾ ਤੇ ਇਹ ਨੋਸਟ੍ਰਿਲਸ ਲੀਡ ਕਰਦੇ ਨੇ ਨੇਜ਼ਲ ਪੈਸੇਜ ਨੂੰ। ਤੇ ਇੱਥੇ ਨੱਕ ਦੇ ਅੰਦਰ ਕੀ ਹੁੰਦਾ? 2 ਚੀਜ਼ਾਂ ਹੁੰਦੀਆਂ ਨੇ। ਇੱਕ ਤਾਂ ਬਹੁਤ ਛੋਟੇ ਜਿਹੇ ਵਾਲ ਹੁੰਦੇ ਨੇ, ਹੇਅਰ, ਤੇ ਨਾਲ ਹੀ ਇੱਕ ਬੜੀ ਸਟਿੱਕੀ ਜੀ ਮਿਊਕਸ ਹੁੰਦੀ ਹੈ, ਯਾਨੀ ਕਿ ਗਿੱਲਾ ਜਿਹਾ ਹੁੰਦਾ ਟਰੈਕ। ਸੋ ਜਿਹੜੀ ਹਵਾ ਸਾਡੇ ਨੋਸਟ੍ਰਿਲ ਦੇ ਥਰੂ ਇੱਥੇ ਐਂਟਰ ਕਰਦੀ ਆ ਉਹਦੇ ਵਿੱਚ ਬਹੁਤ ਸਾਰੇ ਡਸਟ ਪਾਰਟੀਕਲਸ ਜਾਂ ਕੋਈ ਪੋਲਨਸ ਹੋ ਸਕਦੇ ਆ। ਸੋ ਇਹਨਾਂ ਚੀਜ਼ਾਂ ਨੂੰ ਫਿਲਟਰ ਕਰਨ ਦਾ ਕੰਮ ਕੌਣ ਕਰਦੇ ਆ? ਇਹ ਸਾਡੇ ਨੱਕ ਦੇ ਵਾਲ ਕਰਦੇ ਆ। ਇਸ ਤੋਂ ਇਲਾਵਾ ਉਸ ਏਅਰ ਦੇ ਵਿੱਚ ਕਈ ਤਰ੍ਹਾਂ ਦੇ ਕੋਈ ਮਾਈਕਰੋਬਸ, ਕੋਈ ਪੈਥੋਜਨਸ ਹੋ ਸਕਦੇ ਜਿਹੜੇ ਕਿ ਮਿਊਕਸ ਦੇ ਨਾਲ ਸਟਿਕ ਕਰ ਜਾਂਦੇ ਆ ਤੇ ਫਿਰ ਜਿਹੜੀ ਹਵਾ ਹੈ ਉਹ ਕੁਝ ਸਾਫ਼ ਹੋ ਕੇ ਨੇਜ਼ਲ ਪੈਸੇਜ 'ਚ ਅੱਗੇ ਵੱਲ ਨੂੰ ਜਾਂਦੀ ਆ। ਹੁਣ ਇਹ ਜਿਹੜੀ ਹਵਾ ਹੈਗੀ ਆ ਇਹ ਅੱਗੇ ਕਿੱਥੇ ਜਾਊਗੀ? ਇਹ ਜਾਊਗੀ ਨੇਜ਼ੋਫੇਰਿੰਗਸ 'ਚ, ਤੇ ਫਿਰ ਨੇਜ਼ੋਫੇਰਿੰਗਸ ਤੋਂ ਅੱਗੇ ਇਹ ਚਲੀ ਜਾਊਗੀ ਓਰੋਫੇਰਿੰਗਸ, ਫਿਰ ਲਰਿੰਜੋਫੇਰਿੰਗਸ ਤੇ ਅਲਟੀਮੇਟਲੀ ਇਹਨੇ ਐਂਟਰ ਕਰਨਾ ਹੈਗਾ ਟਰੈਕੀਆ ਦੇ ਵਿੱਚ ਆ ਲੇਰਿੰਗਸ ਦੇ ਥਰੂ। ਸੋ ਫੇਰਿੰਗਸ ਟੂ ਲੇਰਿੰਗਸ ਟੂ ਟਰੈਕੀਆ ਇਹਦਾ ਰੂਟ ਹੁੰਦਾ। ਇਹ ਜਿਹੜਾ ਟਰੈਕੀਆ ਹੁੰਦਾ ਇਹਨੂੰ ਹੀ ਅਸੀਂ ਵਿੰਡ ਪਾਈਪ ਵੀ ਕਹਿ ਦਿੰਦੇ ਹਾਂ ਤੇ ਇਹਦੇ ਬਾਹਰ ਇੱਦਾਂ ਸੀ ਸ਼ੇਪਡ ਕਾਰਟਿਲੇਜਨਸ ਰਿੰਗਸ ਹੁੰਦੇ ਆ, ਠੀਕ ਆ, ਰਿੰਗਸ ਆਫ ਕਾਰਟਿਲੇਜ ਜਿਹੜੇ ਕਿ ਸੀ ਸ਼ੇਪ ਹੁੰਦੇ ਆ। ਇਹ ਕੀ ਕੰਮ ਕਰਦੇ ਆ? ਇਹਨਾਂ ਦੀ ਇੰਪੋਰਟੈਂਸ ਇਹ ਆ ਵੀ ਇਹਨਾਂ ਦੇ ਕਰਕੇ ਕਦੀ ਵੀ ਆ ਟਰੈਕੀਆ ਕਲੈਪਸ ਨਹੀਂ ਕਰਦਾ। ਸੋ ਇਸ ਕਰਕੇ ਜਿਹੜੇ ਸੀ ਸ਼ੇਪਡ ਕਾਰਟਿਲੇਜ ਦੇ ਰਿੰਗ ਹੁੰਦੇ ਨੇ ਉਹ ਇੰਪੋਰਟੈਂਟ ਹੁੰਦੇ ਨੇ। ਸੋ ਸਾਡੀ ਚੈਸਟ 'ਚ ਜਾ ਕੇ ਆ ਜਿਹੜਾ ਟਰੈਕੀਆ ਹੈਗਾ ਇਹ 2 ਹਿੱਸਿਆਂ 'ਚ ਡਿਵਾਈਡ ਕਰ ਜਾਂਦਾ, ਲੈਫਟ ਤੇ ਰਾਈਟ 'ਚ। ਤੇ ਜਦੋਂ ਇਹ ਡਿਵਾਈਡ ਕਰਦਾ ਤੇ ਇਹਨੂੰ ਅਸੀਂ ਕੀ ਕਹਿੰਦੇ ਆ? ਬ੍ਰੌਂਕਸ ਕਹਿੰਦੇ ਆ। ਸੋ 2 ਬ੍ਰੌਂਕਾਈ ਹੋ ਗਏ, ਠੀਕ ਹੈ ਨਾ, ਇੱਕ ਲੈਫਟ ਬ੍ਰੌਂਕਸ ਤੇ ਇੱਕ ਰਾਈਟ ਬ੍ਰੌਂਕਸ ਹੋ ਗਿਆ। ਤੇ ਇਹ ਬ੍ਰੌਂਕਸ ਐਂਟਰ ਕਰ ਜਾਂਦੇ ਸਾਡੇ ਫੇਫੜਿਆਂ 'ਚ। ਆ ਕੀ ਆ? ਇਹ ਲੈਫਟ ਲੰਗ ਆ, ਰਾਈਟ ਲੰਗ ਆ।
ਠੀਕ ਆ। ਲੈਫਟ ਲੰਗ ਜਿਹੜਾ ਹੁੰਦਾ ਨਾ ਇਹ ਰਾਈਟ ਦੇ ਕੰਪੈਰੀਟਿਵਲੀ ਥੋੜਾ ਜਿਹਾ ਛੋਟਾ ਹੁੰਦਾ, ਕਿਉਂਕਿ ਇਹਦੇ ਅੰਦਰ ਵਾਲੇ ਪਾਸੇ ਇੱਥੇ ਆ ਦੇਖੋ ਇੱਕ ਨੌਚ ਹੁੰਦੀ ਜਿਹਨੂੰ ਅਸੀਂ ਕਾਰਡੀਅਕ ਨੌਚ ਕਹਿੰਦੇ ਆ, ਕਿਉਂਕਿ ਇੱਥੇ ਦਿਲ ਪਿਆ ਹੁੰਦਾ ਸਾਡਾ। ਸੋ ਦਿਲ ਨੂੰ ਵੀ ਅਕਮੋਡੇਟ ਕਰਨਾ ਹੁੰਦਾ, ਇਸ ਕਰਕੇ ਇੱਥੇ ਕਾਰਡੀਅਕ ਨੌਚ ਹੁੰਦੀ ਆ। ਤੇ ਸਾਈਜ਼ ਜਿਹੜਾ ਹੁੰਦਾ ਲੈਫਟ ਲੰਗ ਦਾ ਰਾਈਟ ਲੰਗ ਦੇ ਕੰਪੈਰੀਟਿਵਲੀ ਥੋੜਾ ਜਿਹਾ ਛੋਟਾ ਹੁੰਦਾ। ਸੋ ਬ੍ਰੌਂਕਸ ਐਂਟਰ ਕਰ ਜਾਂਦਾ ਲੰਗਸ 'ਚ ਤੇ ਅੱਗੇ ਜਾ ਕੇ ਫਿਰ ਡਿਵਾਈਡ ਕਰਦਾ। ਸੋ ਇਹ ਜਿਹੜੇ ਬ੍ਰੌਂਕਸ ਨੇ ਅੱਗੋਂ ਬ੍ਰੌਂਕੀਓਲਸ ਦੇ ਵਿੱਚ ਡਿਵਾਈਡ ਕਰਦੇ ਆ। ਇਹ ਬ੍ਰੌਂਕੀਓਲਸ ਜਿਹੜੇ ਨੇ ਅੱਗੋਂ ਐਲਵੀਓਲਰ ਡਕਟਸ 'ਚ ਜਿਹੜੇ ਨੇ ਡਿਵਾਈਡ ਕਰਦੇ ਨੇ, ਤੇ ਇਹ ਜਿਹੜੀਆਂ ਐਲਵੀਓਲਰ ਡਕਟਸ ਨੇ ਅੱਗੋਂ ਬੈਲੂਨ ਲਾਈਕ ਸਟਰਕਚਰ 'ਚ ਐਂਡ ਅਪ ਕਰ ਜਾਂਦੀਆਂ, ਜਿਹਨੂੰ ਅਸੀਂ ਕੀ ਕਹਿੰਦੇ ਆ ਐਲਵੀਓਲਰ ਸੈਕਸ ਕਹਿੰਦੇ ਆ, ਜਾਂ ਪਲੂਰਲ ਅਸੀਂ ਐਲਵੀਓਲਾਈ ਕਹਿ ਸਕਦੇ ਹਾਂ। ਠੀਕ ਹੈ। ਆ ਬਾਹਰ ਜਿਹੜੀਆਂ ਨੇ ਰਿਬ ਕੇਜ ਦੀਆਂ ਹੱਡੀਆਂ ਨਜ਼ਰ ਆ ਰਹੀਆਂ ਨੇ, ਜਿਹੜੀਆਂ ਕਿ ਸਾਡੇ ਜਿਹੜੇ ਲੰਗਸ ਨੇ ਉਹਨਾਂ ਦੀ ਪ੍ਰੋਟੈਕਸ਼ਨ ਦਾ ਕੰਮ ਕਰਦੀਆਂ ਨੇ। ਲੰਗਸ ਦੇ ਥੱਲੇ ਇੱਕ ਡਾਇਆਫਰਾਮ ਵੀ ਹੁੰਦਾ, ਜਿਹੜਾ ਕਿ ਸਾਡੇ ਸਾਹ ਲੈਣ ਤੇ ਕੱਢਣ ਦੇ ਵਿੱਚ ਹੈਲਪ ਕਰਦਾ। ਸੋ ਹਵਾ ਦਾ ਰੂਟ ਕੀ ਹੁੰਦਾ? ਨੋਸਟ੍ਰਿਲਸ ਟੂ ਨੇਜ਼ਲ ਪੈਸੇਜ ਟੂ ਫੇਰਿੰਗਸ ਟੂ ਲੇਰਿੰਗਸ ਟੂ ਟ੍ਰੈਕੀਆ, ਤੇ ਟ੍ਰੈਕੀਆ ਤੋਂ ਫਿਰ ਬ੍ਰੌਂਕਸ, ਬ੍ਰੌਂਕੀਓਲਸ, ਐਲਵੀਓਲਰ ਡਕਟਸ ਤੇ ਅਲਟੀਮੇਟਲੀ ਐਲਵੀਓਲਰ ਸੈਕਸ ਜਾਂ ਬੈਲੂਨ ਲਾਈਕ ਐਲਵੀਓਲਾਈ ਦੇ ਅੰਦਰ ਹਵਾ ਪਹੁੰਚਦੀ ਆ। ਲੇਕਿਨ ਹੁਣ ਇਹ ਵੀ ਗੱਲ ਹੈ ਵੀ ਇਹ ਹਵਾ ਅੰਦਰ ਪਹੁੰਚਦੀ ਕਿੱਦਾਂ, ਇਹ ਕੀ ਮਕੈਨਿਜ਼ਮ ਆ, ਇਹ ਵੀ ਥੋੜਾ ਜਿਹਾ ਦੇਖ ਲੈਂਦੇ ਆ। ਇੱਕ ਸਿੰਪਲੀਫਾਈਡ ਜੀ ਡਾਇਗਰਾਮ ਦੇਖੋ, ਆ ਸਾਡੇ ਲੰਗਸ ਨੇ। ਆ ਸਾਡੇ ਲੰਗਸ ਦੀ ਜਿਹੜੀ ਅੰਦਰ ਦੀ ਕੈਵਿਟੀ ਆ, ਇਹਨੂੰ ਅਸੀਂ ਚੈਸਟ ਕੈਵਿਟੀ ਜਾਂ ਥੋਰੈਸਿਕ ਕੈਵਿਟੀ ਕਹਿ ਸਕਦੇ ਹਾਂ। ਤੇ ਆ ਇਹਦਾ ਵੋਲਿਊਮ ਜਿਹਨੂੰ ਅਸੀਂ ਥੋਰੈਸਿਕ ਵੋਲਿਊਮ ਕਹਿੰਦੇ ਆ। ਲੰਗਸ ਦੇ ਥੱਲੇ ਆ ਡਾਇਆਫਰਾਮ ਜਿਹੜਾ ਕਿ ਸਾਹ ਲੈਣ ਜਾਂ ਕੱਢਣ 'ਚ ਹੈਲਪ ਕਰੂਗਾ। ਤੇ ਲੰਗਸ ਦੇ ਉੱਪਰ ਵਾਲੇ ਪਾਸੇ ਜਿਹੜਾ ਸਾਡਾ ਰਿਬ ਕੇਜ ਹੁੰਦਾ, ਉਹਦੇ ਨਾਲ ਮਸਲਸ ਲੱਗੀਆਂ ਹੁੰਦੀਆਂ, ਜਿਹਨੂੰ ਆਪਾਂ ਰਿਬ ਮਸਲਸ ਕਹਿ ਦਾਂਗੇ। ਤੇ ਇਸੇ ਰਿਬ ਦਾ ਹਿੱਸਾ ਜਿਹੜਾ ਸੈਂਟਰ ਦੀ ਬੋਨ ਹੁੰਦੀ ਸਾਡੀ ਸਟਰਨਮ, ਉਹਦੇ ਨਾਲ ਵੀ ਮਸਲਸ ਹੁੰਦੀਆਂ। ਸੋ ਜਦੋਂ ਵੀ ਡਾਇਆਫਰਾਮ ਥੱਲੇ ਵੱਲ ਨੂੰ ਕੰਟਰੈਕਟ ਕਰਦਾ ਤੇ ਜਿਹੜੀਆਂ ਰਿਬ ਮਸਲਸ ਨੇ ਉਹ ਬਾਹਰ ਵੱਲ ਨੂੰ ਐਕਸਪੈਂਡ ਕਰਦੀਆਂ, ਤੇ ਆ ਜਿਹੜੀ ਸਾਡੀ ਥੋਰੈਸਿਕ ਕੈਵਿਟੀ ਹੁੰਦੀ ਆ, ਇਹਦਾ ਵੋਲਿਊਮ ਵੱਧ ਜਾਂਦਾ। ਸੋ ਵੋਲਿਊਮ ਇਨਕਰੀਜ਼ ਕਰੂਗਾ, ਲੇਕਿਨ ਜਿੱਦਾਂ ਹੀ ਵੋਲਿਊਮ ਇਨਕਰੀਜ਼ ਕਰੂਗਾ ਜਿਹੜਾ ਪ੍ਰੈਸ਼ਰ ਹੈਗਾ ਉਹ ਡਿਕਰੀਜ਼ ਕਰੂਗਾ ਹਵਾ ਦਾ। ਸੋ ਅੰਦਰ ਪ੍ਰੈਸ਼ਰ ਘਟ ਗਿਆ, ਬਾਹਰ ਜਿਹੜਾ ਹੈਗਾ ਉਹਦਾ ਪ੍ਰੈਸ਼ਰ ਜ਼ਿਆਦਾ ਹੈ ਤੇ ਅੰਦਰ ਪ੍ਰੈਸ਼ਰ ਘੱਟ ਹੈ। ਇਸ ਕਰਕੇ ਹਵਾ ਹਮੇਸ਼ਾ ਹਾਈ ਪ੍ਰੈਸ਼ਰ ਤੋਂ ਲੋ ਪ੍ਰੈਸ਼ਰ ਵੱਲ ਨੂੰ ਮੂਵ ਕਰਦੀ ਹੈ। ਇਸ ਕਰਕੇ ਬਾਹਰੋਂ ਫਟਾਫਟ ਹਵਾ ਜਿਹੜੀ ਅੰਦਰ ਵੱਲ ਨੂੰ ਰਸ਼ ਕਰੂਗੀ ਫਰਮ ਹਾਈ ਪ੍ਰੈਸ਼ਰ ਟੂ ਲੋ ਪ੍ਰੈਸ਼ਰ ਏਰੀਆ। ਇਸੇ ਨੂੰ ਅਸੀਂ ਇਨਹੇਲੇਸ਼ਨ ਜਾਂ ਸਾਹ ਲੈਣਾ ਕਹਿ ਦਿੰਦੇ ਹਾਂ। ਹੁਣ ਇਹਦੇ ਅੰਦਰ ਗੈਸ਼ੀਅਸ ਐਕਸਚੇਂਜ ਹੋਊਗਾ ਤੇ ਉਸ ਤੋਂ ਬਾਅਦ ਕੀ ਹੋਊਗਾ? ਐਗਜ਼ੇਲੇਸ਼ਨ। ਉਹਦੇ 'ਚ ਕੀ ਆ? ਹੁਣ ਡਾਇਆਫਰਾਮ ਨੇ ਰਿਲੈਕਸ ਕਰਨਾ ਤੇ ਇਹਨੇ ਉੱਪਰ ਵੱਲ ਨੂੰ ਚਲੇ ਜਾਣਾ। ਆ ਜਿਹੜੀਆਂ ਰਿਬ ਮਸਲਸ ਨੇ ਇਹਨਾਂ ਨੇ ਕੰਟਰੈਕਟ ਕਰਨਾ ਤੇ ਥੱਲੇ ਵੱਲ ਨੂੰ ਆ ਜਾਣਾ। ਸੋ ਜਿੱਦਾਂ ਹੀ ਜਿਹੜੀਆਂ ਰਿਬ ਮਸਲਸ ਨੇ ਉਹ ਅੰਦਰ ਵੱਲ ਨੂੰ ਆਉਂਦੀਆਂ ਨੇ, ਡਾਇਆਫਰਾਮ ਜਿਹੜਾ ਹੈਗਾ ਉਹ ਉੱਪਰ ਵੱਲ ਨੂੰ ਜਾਂਦਾ ਹੈ। ਇੱਥੇ ਕੀ ਹੋ ਜਾਂਦਾ? ਇੱਥੇ ਵੋਲਿਊਮ ਜਿਹੜਾ ਘਟ ਜਾਂਦਾ। ਹੁਣ ਜਦੋਂ ਇੱਥੇ ਵੋਲਿਊਮ ਜਿਹੜਾ ਹੈਗਾ ਡਿਕਰੀਜ਼ ਕਰੂਗਾ ਤੇ ਕੀ ਹੋ ਜਾਊਗਾ? ਇਹਦੇ ਤੇ ਜਿਹੜੀ ਹਵਾ ਪਈ ਆ ਉਹਦੇ ਉੱਤੇ ਪ੍ਰੈਸ਼ਰ ਵੱਧ ਜਾਊਗਾ। ਸੋ ਹੁਣ ਇੱਥੇ ਪ੍ਰੈਸ਼ਰ ਵੱਧ ਗਿਆ, ਇਸ ਕਰਕੇ ਹਵਾ ਆਪਣੇ ਹਾਈ ਪ੍ਰੈਸ਼ਰ ਤੋਂ ਲੋ ਪ੍ਰੈਸ਼ਰ ਵੱਲ ਨੂੰ ਮੂਵ ਕਿੱਦਾਂ ਕਰੂਗੀ ਕਿ ਇੱਥੋਂ ਬਾਹਰ ਵੱਲ ਨੂੰ ਰਸ਼ ਕਰਨਾ ਸਟਾਰਟ ਕਰ ਦੂਗੀ। ਜਦੋਂ ਇਹ ਹਵਾ ਬਾਹਰ ਨਿਕਲੂਗੀ ਯਾਨੀ ਕਿ ਸਾਡਾ ਸਾਹ ਬਾਹਰ ਨਿਕਲ ਜੂਗਾ, ਇਹਨੂੰ ਅਸੀਂ ਐਗਜ਼ੇਲੇਸ਼ਨ ਕਹਿ ਦਾਂਗੇ। ਸੋ ਐਦਾਂ ਇਨਹੇਲੇਸ਼ਨ ਤੇ ਐਗਜ਼ੇਲੇਸ਼ਨ ਯਾਨੀ ਕਿ ਬਰੀਥਿੰਗ ਇਨ ਐਂਡ ਬਰੀਥਿੰਗ ਆਊਟ ਦੀ ਐਕਟੀਵਿਟੀ ਆ ਉਹ ਸਾਡੇ ਅੰਦਰ ਚੱਲਦੀ ਆ। ਸੋ ਰੈਸਪੀਰੇਟਰੀ ਸਿਸਟਮ 'ਚ ਜਦੋਂ ਹਵਾ ਨੇ ਐਂਟਰ ਕੀਤਾ ਤੇ ਉਹ ਹਵਾ ਇੱਥੇ ਪਹੁੰਚ ਗਈ ਐਲਵੀਓਲਰ ਸੈਕਸ 'ਚ, ਜਾਂ ਜਿਹਨੂੰ ਅਸੀਂ ਪਲੂਰਲ 'ਚ ਐਲਵੀਓਲਾਈ ਕਹਿ ਦਿੰਦੇ ਹਾਂ। ਹੁਣ ਕੀ ਹੁੰਦਾ ਵੀ ਆ ਜਿਹੜੇ ਐਲਵੀਓਲਾਈ ਹੁੰਦੇ ਨੇ ਇਹ ਕੀ ਆ? ਇਹ ਰੈਸਪੀਰੇਟਰੀ ਸਰਫੇਸ ਆ। ਇਹਨਾਂ ਦੇ ਕੀ ਕੁਆਲਿਟੀਜ਼ ਆ ਵੀ ਇਹ ਜਿਹੜੇ ਐਲਵੀਓਲਾਈ ਆ ਇਹਨਾਂ ਦਾ ਸਰਫੇਸ ਏਰੀਆ ਜ਼ਿਆਦਾ ਹੁੰਦਾ, ਇਹ ਥਿਨ ਐਂਡ ਫਾਈਨ ਹੁੰਦੇ, ਇਹ ਹਾਈਲੀ ਵੈਸਕੂਲਰ ਹੁੰਦੇ ਤੇ ਮੋਇਸਟ ਹੁੰਦੇ। ਯਾਨੀ ਕਿ ਚਾਰੋਂ ਕੁਆਲਿਟੀਜ਼ ਗੁੱਡ ਰੈਸਪੀਰੇਟਰੀ ਸਰਫੇਸ ਦੀਆਂ ਇਹਨਾਂ ਦੇ ਵਿੱਚ ਹੁੰਦੀਆਂ। ਕਿਉਂਕਿ ਇਹ ਐਲਵੀਓਲਾਈ ਹਾਈਲੀ ਵੈਸਕੂਲਰ ਹੁੰਦੇ ਨੇ, ਇਹਨਾਂ ਦੇ ਆਸ-ਪਾਸ ਬਲੱਡ ਸਪਲਾਈ ਜ਼ਿਆਦਾ ਹੁੰਦੀ ਆ। ਸੋ ਇਹਨਾਂ ਦੇ ਇਰਦ ਗਿਰਦ ਛੋਟੀਆਂ-ਛੋਟੀਆਂ ਬਲੱਡ ਕੈਪਿਲਰੀਜ਼ ਦਾ ਪੂਰਾ ਜਾਲ ਜਿਹਾ ਬਣਿਆ ਹੁੰਦਾ। ਇਹਨਾਂ ਬਲੱਡ ਕੈਪਿਲਰੀਜ਼ ਦੇ ਵਿੱਚ ਬਲੱਡ ਫਲੋ ਕਰਦਾ। ਸੋ ਇਹ ਜਿਹੜੀਆਂ ਬਲੱਡ ਕੈਪਿਲਰੀਜ਼ ਨੇ, ਜਿਹੜਾ ਇਹਨਾਂ ਦੇ ਅੰਦਰ ਬਲੱਡ ਆ ਰਿਹਾ ਵਾ ਇਹ ਸੈਲਸ ਤੋਂ ਕਾਰਬਨ ਡਾਈਆਕਸਾਈਡ ਲੈ ਕੇ ਆ ਰਿਹਾ, ਯਾਨੀ ਕਿ ਇਹ ਕਾਰਬਨ ਡਾਈਆਕਸਾਈਡ ਰਿਚ ਬਲੱਡ ਆ। ਹੁਣ ਆ ਜਿਹੜੇ ਐਲਵੀਓਲਰ ਸੈਕ ਆ ਇਹਨਾਂ ਦੇ ਅੰਦਰ ਜਿਹੜੀ ਹਵਾ ਆਈ ਹੈ ਉਹਦੇ ਅੰਦਰ ਕੀ ਆ? ਆਕਸੀਜਨ ਜ਼ਿਆਦਾ ਐਜ਼ ਕੰਪੇਅਰ ਟੂ ਦਾ ਆਕਸੀਜਨ ਇਨ ਦਾ ਬਲੱਡ। ਸੋ ਡਿਫਿਊਜ਼ਨ ਆਫ ਗੈਸਿਸ ਕਿੱਦਾਂ ਹੁੰਦਾ? ਹਾਈ ਕੰਸਨਟ੍ਰੇਸ਼ਨ ਟੂ ਲੋ ਕੰਸਨਟ੍ਰੇਸ਼ਨ ਹੁੰਦਾ। ਇਸ ਕਰਕੇ ਆਕਸੀਜਨ ਜਿਹੜੀ ਆ ਇੱਥੋਂ ਐਲਵੀਓਲਰ ਏਅਰ ਤੋਂ ਬਲੱਡ ਵੱਲ ਨੂੰ ਮੂਵ ਕਰਨਾ ਸ਼ੁਰੂ ਕਰ ਦਿੰਦੀ ਹੈ ਤੇ ਕਾਰਬਨ ਡਾਈਆਕਸਾਈਡ ਦੀ ਜਿਹੜੀ ਕੰਸਨਟ੍ਰੇਸ਼ਨ ਆ ਉਹ ਇੱਥੇ ਬਲੱਡ 'ਚ ਜ਼ਿਆਦਾ। ਇਸ ਕਰਕੇ ਇੱਥੋਂ ਬਲੱਡ ਦੇ ਵਿੱਚੋਂ ਕਾਰਬਨ ਡਾਈਆਕਸਾਈਡ ਜਿਹੜੀ ਆ ਉਹ ਨਿਕਲ ਕੇ ਇਸ ਐਲਵੀਓਲਰ ਏਅਰ 'ਚ ਆ ਜੂਗੀ। ਸੋ ਜਿੱਦਾਂ ਹੀ ਕਾਰਬਨ ਡਾਈਆਕਸਾਈਡ ਬਲੱਡ 'ਚੋਂ ਨਿਕਲ ਕੇ ਬਾਹਰ ਆਈ ਆ, ਆਕਸੀਜਨ ਅੰਦਰ ਗਈ ਆ। ਆ ਜਿਹੜਾ ਬਲੱਡ ਸੀਗਾ ਇਹ ਪਹਿਲਾਂ ਕਿਹੜਾ ਸੀਗਾ? ਡੀਆਕਸੀਜਨੇਟਡ ਬਲੱਡ।
ਆਕਸੀਜਨ ਲੈ ਕੇ ਹੁਣ ਬਲੱਡ ਹੋ ਗਿਆ ਆਕਸੀਜਨੇਟਿਡ। ਇਸੇ ਬਲੱਡ ਨੂੰ ਅਸੀਂ ਹੁਣ ਪਿਓਰ ਬਲੱਡ ਕਹਿ ਦਿੰਦੇ ਕਿਉਂਕਿ ਇਹ ਆਕਸੀਜਨੇਟ ਹੋ ਗਿਆ। ਇਦਾਂ ਇੱਥੇ ਐਲਵੀਓਲਰ 에ਅਰ ਤੋਂ ਬਲੱਡ ਦੇ ਵਿੱਚ ਗੈਸ਼ੀਅਸ ਐਕਸਚੇਂਜ ਹੁੰਦਾ। ਜਿਹੜਾ ਸਾਡਾ ਬਲੱਡ ਹੁੰਦਾ ਨਾ ਉਹਦੇ ਵਿੱਚ ਇੱਕ ਪਿਗਮੈਂਟ ਹੁੰਦੀ ਜਿਹਦੇ ਬਾਰੇ ਤੁਸੀਂ ਸੁਣਿਆ ਵੀ ਹੋਣਾ। ਇਸ ਪਿਗਮੈਂਟ ਨੂੰ ਅਸੀਂ ਹੀਮੋਗਲੋਬਿਨ ਕਹਿ ਦਿੰਦੇ ਆ। ਇਹ ਜਿਹੜੀ ਹੀਮੋਗਲੋਬਿਨ ਪਿਗਮੈਂਟ ਹੁੰਦੀ ਹੈ ਇਹ ਵੀ ਆਕਸੀਜਨ ਨੂੰ ਕੈਰੀ ਕਰਨ 'ਚ ਹੈਲਪ ਕਰਦੀ ਆ। ਕਿੱਦਾਂ? ਜਿੱਦਾਂ ਆਹ ਜਿਹੜੀ ਹੀਮੋਗਲੋਬਿਨ ਹੈ ਅਗਰ ਇਹ ਆਕਸੀਜਨ ਦੇ ਨਾਲ ਕੰਬਾਈਨ ਕਰ ਜਾਵੇ ਤੇ ਬਣਾ ਦੂਗੀ ਆਕਸੀ ਹੀਮੋਗਲੋਬਿਨ। ਔਰ ਹੀਮੋਗਲੋਬਿਨ ਕੋਲ ਹਾਈ ਅਫਿਨਿਟੀ ਹੁੰਦੀ ਆ ਆਕਸੀਜਨ ਨਾਲ ਕੰਬਾਈਨ ਕਰਨ ਦੀ ਤੇ ਆਕਸੀ ਹੀਮੋਗਲੋਬਿਨ ਬਣਾਉਣ ਦੀ। ਇਹੋ ਹੀਮੋਗਲੋਬਿਨ ਜੇ ਕਾਰਬਨ ਡਾਈਆਕਸਾਈਡ ਦੇ ਨਾਲ ਕੰਬਾਈਨ ਕਰ ਜਾਵੇ ਤੇ ਇਹ ਬਣਾ ਦਿੰਦਾ ਕਾਰਬਾਮੀਨੋ ਹੀਮੋਗਲੋਬਿਨ। ਸੋ ਇਦਾਂ ਇਹ ਜਿਹੜਾ ਹੀਮੋਗਲੋਬਿਨ ਹੈ ਇਹ ਆਕਸੀਜਨ ਜਾਂ ਕਾਰਬਨ ਡਾਈਆਕਸਾਈਡ ਨੂੰ ਕੈਰੀ ਕਰਨ 'ਚ ਹੈਲਪ ਕਰਦਾ। ਔਰ ਇਸ ਹੀਮੋਗਲੋਬਿਨ ਦੀ ਹਮੇਸ਼ਾ ਹਾਈ ਅਫਿਨਿਟੀ ਹੁੰਦੀ ਹੈ ਟੂ ਬਾਈਂਡ ਵਿਦ ਆਕਸੀਜਨ ਐਜ਼ ਕੰਪੇਅਰ ਟੂ ਬਾਈਂਡਿੰਗ ਵਿਦ ਕਾਰਬਨ ਡਾਈਆਕਸਾਈਡ। ਇਸੇ ਕਰਕੇ ਹੀ ਇਹ ਜ਼ਿਆਦਾ ਕੋਸ਼ਿਸ਼ ਕਰਦਾ ਆਕਸੀਜਨ ਦੇ ਨਾਲ ਬਾਈਂਡ ਕਰਨ ਦੀ। ਸੋ ਜਿੰਨੀ ਵੀ ਬਲੱਡ ਨੇ ਆਕਸੀਜਨ ਕੈਰੀ ਕਰਨੀ ਆ ਉਹਦਾ ਜ਼ਿਆਦਾ ਹਿੱਸਾ ਹੀਮੋਗਲੋਬਿਨ ਨੇ ਆਕਸੀ ਹੀਮੋਗਲੋਬਿਨ ਦੀ ਫਾਰਮ ਦੇ ਵਿੱਚ ਲੈ ਕੇ ਜਾਣਾ ਐਜ਼ ਕੰਪੇਅਰ ਟੂ ਕਾਰਬਨ ਡਾਈਆਕਸਾਈਡ। ਔਰ ਇਹ ਜਿਹੜੀਆਂ ਗੈਸਿਸ ਨੇ ਇਹ ਸਿਰਫ ਹੀਮੋਗਲੋਬਿਨ ਨੇ ਨਹੀਂ ਕੈਰੀ ਕਰਨੀਆਂ ਬਲਕਿ ਜਿਹੜਾ ਸਾਡਾ ਬਲੱਡ ਪਲਾਜ਼ਮਾ ਹੁੰਦਾ ਉਹਦੇ ਅੰਦਰ ਡਿਜ਼ੋਲਵਡ ਸਟੇਟ ਦੇ ਵਿੱਚ ਵੀ ਇਹ ਜਿਹੜੀਆਂ ਗੈਸਿਸ ਨੇ ਇਹ ਕੈਰੀ ਕੀਤੀਆਂ ਜਾਂਦੀਆਂ। ਲੇਕਿਨ ਕਾਰਬਨ ਡਾਈਆਕਸਾਈਡ ਜਿਹੜੀ ਹੁੰਦੀ ਆ ਉਹ ਡਿਜ਼ੋਲਵਡ ਸਟੇਟ 'ਚ ਜ਼ਿਆਦਾ ਕੈਰੀ ਕੀਤੀ ਜਾਂਦੀ ਹੈ ਤੇ ਜਿਹੜਾ ਹੁੰਦਾ ਆਕਸੀਜਨ ਉਹ ਹੀਮੋਗਲੋਬਿਨ ਯਾਨੀ ਕਿ ਆਕਸੀ ਹੀਮੋਗਲੋਬਿਨ ਦੀ ਫਾਰਮ 'ਚ ਜ਼ਿਆਦਾ ਕੈਰੀ ਕੀਤੀ ਜਾਂਦੀ ਆ। ਸੋ ਇੱਥੋਂ ਹੁਣ ਆਕਸੀਜਨੇਟਿਡ ਬਲੱਡ ਆਕਸੀਜਨ ਲੈ ਕੇ ਹਾਰਟ 'ਚ ਗਿਆ, ਹਾਰਟ ਤੋਂ ਅੱਗੋਂ ਪੰਪ ਹੋਇਆ ਡਿਫਰੈਂਟ ਔਰਗਨਸ 'ਚ ਫਿਰ ਇਹ ਡਿਫਰੈਂਟ ਟਿਸ਼ੂਜ਼ 'ਚ ਪਹੁੰਚੂਗਾ। ਟਿਸ਼ੂਜ਼ ਤੋਂ ਫਿਰ ਇਹ ਸੈਲਸ 'ਚ ਪਹੁੰਚੂ ਆਕਸੀਜਨ ਤੇ ਉੱਥੇ ਫਿਰ ਕੀ ਹੋਊ ਸੈਲੂਲਰ ਰੈਸਪੀਰੇਸ਼ਨ। ਤੇ ਸੈਲੂਲਰ ਰੈਸਪੀਰੇਸ਼ਨ 'ਚ ਕੀ ਹੋਊਗਾ ਵੀ ਇਹ ਜਿਹੜਾ ਗਲੂਕੋਜ਼ ਮੋਲੀਕਿਊਲ ਹੈ ਇਹ ਪਾਇਰੂਵੇਟ 'ਚ ਬ੍ਰੇਕ ਡਾਊਨ ਕਰੂਗਾ ਤੇ ਇਹ ਪਾਇਰੂਵੇਟ ਨਾਰਮਲੀ ਤਾਂ ਮਾਈਟੋਕੌਂਡਰੀਆ 'ਚ ਜਾ ਕੇ ਤੇ ਐਰੋਬਿਕਲੀ ਰੈਸਪੀਰੇਸ਼ਨ ਕਰੂਗਾ, ਕਾਰਬਨ ਡਾਈਆਕਸਾਈਡ ਵਾਟਰ ਬਣਾਊਗਾ, એનર્ਜੀ ਰਿਲੀਜ਼ ਕਰੂ। ਲੇਕਿਨ ਇਮਰਜੈਂਸੀ ਕੰਡੀਸ਼ਨਸ 'ਚ ਕਈ ਵਾਰੀ ਇਹ ਬਿਨਾਂ ਆਕਸੀਜਨ ਦੇ ਵੀ ਸਾਡੀਆਂ ਮਸਲਸ ਦੇ ਵਿੱਚ ਜਾ ਕੇ ਬ੍ਰੇਕ ਡਾਊਨ ਕਰਦਾ ਤੇ ਲੈਕਟਿਕ ਐਸਿਡ ਬਣਾਉਂਦਾ, એનર્ਜੀ ਵੀ ਨਿਕਲਦੀ ਭਾਵੇਂ ਕਿ ਇਹ એનર્ਜੀ ਦਾ ਅਮਾਊਂਟ ਕਾਫੀ ਘੱਟ ਹੁੰਦਾ। ਲੇਕਿਨ ਨਾਰਮਲੀ ਇਹ ਐਰੋਬਿਕਲੀ ਰੈਸਪਾਇਰ ਕਰੂਗਾ ਤੇ એનર્ਜੀ ਦਊਗਾ। ਆਹ ਸਿੰਬਲ ਤੇ ਤੁਸੀਂ ਦੇਖਿਆ ਹੀ ਹੋਣਾ ਹੈ ਨਾ, ਕਈ ਵਾਰੀ ਕਈ ਪਬਲਿਕ ਪਲੇਸਿਸ ਦੇ ਉੱਤੇ ਆਹ ਸਿੰਬਲ ਜਿਹੜਾ ਲੱਗਾ ਹੁੰਦਾ ਇਹਨੂੰ ਅਸੀਂ ਕੀ ਕਹਿੰਦੇ ਆ ਨੋ ਸਮੋਕਿੰਗ ਸਿੰਬਲ ਕਹਿੰਦੇ ਆ। ਇਹ ਕਹਿੰਦਾ ਵੀ ਸਮੋਕਿੰਗ ਨਾ ਕਰੋ ਕਿਉਂਕਿ ਸਮੋਕਿੰਗ ਇਜ਼ ਇੰਜੂਰੀਅਸ ਟੂ ਹੈਲਥ। ਸਮੋਕਿੰਗ ਕਰਨਾ ਜਾਂ ਸਿਗਰਟ ਬੀੜੀ ਪੀਣ ਦਾ ਬਹੁਤ ਨੁਕਸਾਨ ਹੁੰਦਾ ਸਾਡੀ ਸਿਹਤ ਤੇ। ਸੋ ਜਿਹੜਾ ਸਾਡਾ ਰੈਸਪੀਰੇਟਰੀ ਟਰੈਕਟ ਹੁੰਦਾ ਨਾ ਉਹਦਾ ਜਿਹੜਾ ਅਪਰ ਪਾਰਟ ਹੁੰਦਾ ਉਹਦੇ 'ਚ ਬਹੁਤ ਸਮਾਲ ਹੇਅਰ ਲਾਈਕ ਸਟਰਕਚਰਸ ਹੁੰਦੀਆਂ ਨੇ ਜਿਹਨੂੰ ਅਸੀਂ ਸੀਲੀਆ ਕਹਿੰਦੇ ਆ। ਆਹ ਜਿਹੜੇ ਸੀਲੀਆ ਹੁੰਦੇ ਨੇ ਇਹ ਜਰਮਸ ਨੂੰ ਰਿਮੂਵ ਕਰਨ 'ਚ, ਡਸਟ ਪਾਰਟੀਕਲਸ ਨੂੰ ਰਿਮੂਵ ਕਰਨ 'ਚ ਤੇ ਹੋਰ ਜਿਹੜੇ ਹਾਰਮਫੁਲ ਜਾਂ ਨੁਕਸਾਨਦੇਹ ਪਾਰਟੀਕਲਸ ਹੁੰਦੇ ਨੇ ਸਾਡੀ ਇਨਹੇਲਡ ਏਅਰ 'ਚ ਜਾਂ ਜਿਹੜਾ ਆਪਾਂ ਸਾਹ ਲੈ ਰਹੇ ਹਾਂ ਉਸ ਏਅਰ 'ਚ ਉਹਨੂੰ ਰਿਮੂਵ ਕਰਨ ਦਾ ਕੰਮ ਕਰਦੇ ਆ। ਜਿਹੜੇ ਲੋਕ ਜ਼ਿਆਦਾ ਸਮੋਕਿੰਗ ਕਰਦੇ ਆ ਉਹਨਾਂ ਦੇ ਵਿੱਚ ਕੀ ਹੁੰਦਾ ਵੀ ਆਹ ਜਿਹੜੇ ਹੇਅਰ ਜਾਂ ਸੀਲੀਆ ਜਿਹੜੇ ਹੁੰਦੇ ਨੇ ਇਹ ਡੈਮੇਜ ਹੋ ਜਾਂਦੇ ਆ, ਡਿਸਟਰੋਏ ਹੋ ਜਾਂਦੇ ਆ। ਉਹਦੇ ਕਰਕੇ ਕੀ ਆ ਵੀ ਜਿਹੜਾ ਸਾਹ ਅਸੀਂ ਲੈਂਦੇ ਆ ਉਹਦੇ ਵਿੱਚੋਂ ਜਰਮਸ, ਡਸਟ, ਸਮੋਕ ਹੋਰ ਕਈ ਤਰ੍ਹਾਂ ਦੇ ਹਾਰਮਫੁਲ ਕੈਮੀਕਲਸ ਜਿਹੜੇ ਨੇ ਉਹ ਫਿਲਟਰ ਨਹੀਂ ਹੋ ਪਾਉਂਦੇ ਤੇ ਉਹ ਫੇਫੜਿਆਂ ਦੇ ਵਿੱਚ ਐਂਟਰ ਕਰ ਜਾਂਦੇ ਆ। ਸਾਡੇ ਫੇਫੜਿਆਂ 'ਚ ਐਂਟਰ ਕਰਨ ਕਰਕੇ ਉੱਥੇ ਕਈ ਤਰ੍ਹਾਂ ਦੀਆਂ ਇਨਫੈਕਸ਼ਨਸ ਜਿਹੜੀਆਂ ਨੇ ਜਾਂ ਖਾਂਸੀ ਜਾਂ ਈਵਨ ਕਿ ਫੇਫੜਿਆਂ ਦਾ ਕੈਂਸਰ ਵੀ ਕਾਜ਼ ਕਰ ਸਕਦੇ ਆ। ਸੋ ਇਸ ਕਰਕੇ ਸਮੋਕਿੰਗ ਨਹੀਂ ਕਰਨੀ ਚਾਹੀਦੀ। ਸਮੋਕਿੰਗ ਇਜ਼ ਇੰਜੂਰੀਅਸ ਟੂ ਹੈਲਥ। ਇਹ ਸਾਡੀ ਸਿਹਤ ਦੇ ਲਈ ਨੁਕਸਾਨਦੇਹ ਆ। ਔਰ ਸਾਡੇ ਫੇਫੜਿਆਂ ਦੇ ਵਿੱਚ ਜਿਹੜੇ ਐਲਵੀਓਲਾਈ ਨੇ ਯਾਨੀ ਕਿ ਜਿੰਨਾ ਵੀ ਐਲਵੀਓਲਰ ਸੈਕਸ ਜਿਹੜੇ ਨੇ ਅਗਰ ਉਹਨਾਂ ਦੇ ਸਰਫੇਸ ਏਰੀਆ ਨੂੰ ਅਸੀਂ ਦੇਖੀਏ ਤਾਂ ਟੋਟਲ ਕਿੰਨਾ ਏਰੀਆ ਕਵਰ ਕਰਦੇ 80 ਮੀਟਰ ਸਕੁਆਇਰ ਦਾ ਏਰੀਆ ਜਿਹੜਾ ਉਹ ਕਵਰ ਕਰਦੇ ਆ। ਸੋ ਤੁਸੀਂ ਇਮੈਜਿਨ ਕਰ ਸਕਦੇ ਹੋ ਕਿ ਕਿੰਨਾ ਜ਼ਿਆਦਾ ਸਰਫੇਸ ਏਰੀਆ ਐਲਵੀਓਲਰ ਸੈਕਸ ਜਿਹੜੇ ਨੇ ਉਹ ਅਵੇਲੇਬਲ ਕਰਾਉਂਦੇ ਆ ਸਾਨੂੰ ਰੈਸਪੀਰੇਸ਼ਨ ਦੇ ਲਈ। ਇਸੇ ਤਰ੍ਹਾਂ ਹੀ ਜਿਹੜਾ ਸਾਡਾ ਇੰਨਾ ਸਪੈਸ਼ਲਾਈਜ਼ਡ ਰੈਸਪੀਰੇਟਰੀ ਸਿਸਟਮ ਹੈ ਉਹ ਇਨਸ਼ੋਰ ਕਰਦਾ ਵੀ ਇਹ ਜਿਹੜੀ ਆਕਸੀਜਨ ਹੈ ਇਹ ਜਲਦੀ ਤੋਂ ਜਲਦੀ ਸੈਲਸ ਤੱਕ ਪਹੁੰਚੇ ਕਿਉਂਕਿ ਜਿੱਦਾਂ ਯੂਨੀਸੈਲੂਲਰ ਆਰਗੈਨਿਜ਼ਮਸ ਹੁੰਦੇ ਨੇ ਉਹਨਾਂ ਦੇ ਅੰਦਰ ਤਾਂ ਡਿਫਿਊਜ਼ਨ ਦੇ ਥਰੂ ਹੀ ਆਕਸੀਜਨ ਤੇ ਕਾਰਬਨ ਡਾਈਆਕਸਾਈਡ ਦਾ ਐਕਸਚੇਂਜ ਹੁੰਦਾ ਨਾ। ਤੇ ਜੇ ਸਾਡੇ ਅੰਦਰ ਇੱਕ ਸਪੈਸ਼ਲਾਈਜ਼ਡ ਰੈਸਪੀਰੇਟਰੀ ਸਿਸਟਮ ਨਾ ਹੁੰਦਾ ਤੇ ਕਿਹਾ ਜਾਂਦਾ ਵਾ ਵੀ ਇੱਕ ਜਿਹੜਾ ਮੋਲੀਕਿਊਲ ਹੈਗਾ ਨਾ ਆਕਸੀਜਨ ਦਾ ਉਹਨੂੰ ਸਾਡੇ ਫੇਫੜਿਆਂ ਤੋਂ ਸਾਡੇ ਟੋਜ਼ ਯਾਨੀ ਕਿ ਪੈਰਾਂ ਦੀਆਂ ਉਂਗਲੀਆਂ ਤੱਕ ਪਹੁੰਚਣ ਨੂੰ 3 ਸਾਲ ਲੱਗ ਜਾਂਦੇ।
ਸੋਚੋ ਫਿਰ, ਇਮੈਜਿਨ ਕਰੋ ਕੀ ਬਣਦਾ। ਸ਼ੁਕਰ ਆ ਵੀ ਹੀਮੋਗਲੋਬਿਨ ਵੀ ਹੈਗਾ ਤੇ ਇੱਕ ਬੜਾ ਐਡਵਾਂਸਡ ਰੈਸਪੀਰੇਟਰੀ ਸਿਸਟਮ ਵੀ ਹੈਗਾ ਜਿਹਦੇ ਨਾਲ ਅਸੀਂ ਰੈਸਪਾਇਰ ਕਰ ਪਾਉਂਦੇ ਹਾਂ। ਸੋ ਨੇਚਰ ਇਜ਼ ਵੈਰੀ ਗ੍ਰੇਟ। ਤੇ ਆਪਾਂ ਆਪਣੇ ਫੇਫੜਿਆਂ ਦਾ ਹੁਣ ਧਿਆਨ ਵੀ ਰੱਖਣਾ। ਆਪ ਤਾਂ ਸਮੋਕਿੰਗ ਕਰਨੀ ਨਹੀਂ, ਤੇ ਜੇ ਕੋਈ ਸਮੋਕਿੰਗ ਕਰਦਾ ਹੋਵੇ ਤਾਂ ਉਹਦੇ ਲਾਗੇ ਵੀ ਨਹੀਂ ਖੜਨਾ। ਆਪਣੇ ਲੰਗਸ ਨੂੰ ਆਪਾਂ ਕਾਹਦੇ ਲਈ ਪਨਿਸ਼ ਕਰਨਾ। ਚਲੋ ਹੁਣ ਅਸੀਂ ਗੱਲ ਕਰਦੇ ਹਾਂ ਗੈਸੀਅਸ ਐਕਸਚੇਂਜ ਇਨ ਪਲਾਂਟਸ ਦੀ। ਸੋ ਪਲਾਂਟਸ ਨੂੰ ਵੀ ਸਾਡੀ ਤਰ੍ਹਾਂ ਹੀ ਆਕਸੀਜਨ ਦੀ ਜ਼ਰੂਰਤ ਹੁੰਦੀ ਹੈ ਰੈਸਪੀਰੇਸ਼ਨ ਕਰਨ ਲਈ, ਤੇ ਇਹ ਆਕਸੀਜਨ ਇਹਨਾਂ ਨੇ ਵੀ ਐਟਮੋਸਫੇਰਿਕ ਏਅਰ ਤੋਂ ਲੈਣੀ ਹੁੰਦੀ ਹੈ। ਤੇ ਇਹ ਕਿੱਦਾਂ ਆਕਸੀਜਨ ਅੰਦਰ ਜਾਂਦੀ ਹੈ? ਪਹਿਲੀ ਗੱਲ ਤਾਂ ਇਹ ਆ ਵੀ ਤੁਸੀਂ ਜਿਹੜੇ ਦਰਖਤ ਹੁੰਦੇ ਨਾ ਵੱਡੇ ਵੱਡੇ ਜੇ, ਉਹਨਾਂ ਦੇ ਵਿੱਚ ਕਈ ਵਾਰੀ ਇੱਦਾਂ ਛੋਟੀਆਂ ਛੋਟੀਆਂ ਜੀਆਂ ਨਾ ਓਪਨਿੰਗਸ ਜੀਆਂ ਵੇਖ ਸਕਦੇ ਹੋ, ਜਿਨ੍ਹਾਂ ਨੂੰ ਅਸੀਂ ਲੈਂਟੀ ਸੈਲਸ ਕਹਿੰਦੇ ਹਾਂ। ਠੀਕ ਹੈ, ਇਹ ਜਿਹੜੇ ਲੈਂਟੀ ਸੈਲਸ ਨੇ ਇਹਦੇ ਵਿੱਚ ਲੂਜ਼ਲੀ ਪਲੇਸਡ ਸੈਲਸ ਪਏ ਹੁੰਦੇ ਨੇ, ਤੇ ਇਹਨਾਂ ਦੇ ਥਰੂ ਵੀ ਕਾਫੀ ਜਿਹੜੀ ਹਵਾ ਹੈ ਨਾ ਉਹ ਅੰਦਰ ਐਂਟਰ ਕਰ ਜਾਂਦੀ ਹੈ। ਇਸ ਤੋਂ ਇਲਾਵਾ ਅਸੀਂ ਸਟੋਮੈਟਲ ਪੋਰਸ ਦੀ ਗੱਲ ਕੀਤੀ ਸੀ ਫੋਟੋਸਿੰਥੇਸਿਸ ਵਾਲੀ ਵੀਡੀਓ 'ਚ, ਹੈ ਨਾ, ਕਿ ਇਹ ਜਿਹੜੇ ਸਟੋਮੈਟਲ ਪੋਰਸ ਨੇ ਇਹ ਖੁੱਲ੍ਹਦੇ ਨੇ, ਬੰਦ ਹੁੰਦੇ ਨੇ, ਤੇ ਆਹ ਜਿਹੜੀਆਂ ਇਹਨਾਂ ਦੀਆਂ ਸਟੋਮੈਟਲ ਓਪਨਿੰਗਸ ਨੇ ਇਹਨਾਂ ਦੇ ਥਰੂ ਵੀ ਗੈਸੀਅਸ ਐਕਸਚੇਂਜ ਹੁੰਦਾ ਤੇ ਹਵਾ ਜਿਹੜੀ ਆ ਉਹ ਅੰਦਰ ਜਾਂਦੀ ਹੈ। ਇਹੋ ਜਿਹੜੀ ਹਵਾ ਹੈਗੀ ਆ ਆਪਣੇ ਨਾਲ ਆਕਸੀਜਨ ਲੈ ਕੇ ਜਾਊਗੀ ਤੇ ਉਹ ਆਕਸੀਜਨ ਜਿਹੜੀ ਆ ਉਹ ਰੈਸਪੀਰੇਸ਼ਨ 'ਚ ਯੂਜ਼ ਹੋਊਗੀ। ਹੁਣ ਦਿਨ ਵੇਲੇ ਕੀ ਹੁੰਦਾ ਕਿ ਜਦੋਂ ਸਟੋਮੈਟਾ ਖੁੱਲੇ ਹੁੰਦੇ ਨੇ ਤੇ ਬਾਹਰੋਂ ਜ਼ਿਆਦਾਤਰ ਕਾਰਬਨ ਡਾਈਆਕਸਾਈਡ ਰਿਚ ਜਿਹੜੀ ਏਅਰ ਹੈ ਨਾ ਉਹ ਜਾਂਦੀ ਆ। ਕਿਉਂ? ਕਾਰਬਨ ਡਾਈਆਕਸਾਈਡ ਨੇ ਫੋਟੋਸਿੰਥਸਿਸ 'ਚ ਯੂਜ਼ ਹੋਣਾ ਹੁੰਦਾ, ਤੇ ਅੰਦਰ ਫੋਟੋਸਿੰਥਸਿਸ ਦਾ ਐਂਡ ਪ੍ਰੋਡਕਟ ਕੀ ਹੁੰਦਾ? ਆਕਸੀਜਨ ਹੁੰਦੀ ਹੈ ਨਾ, ਉਹਦੇ 'ਚ ਬਣਦੀ ਆ। ਸੋ ਉਹ ਆਕਸੀਜਨ ਜਿਹੜੀ ਆ ਉਹਦੇ 'ਚੋਂ ਕੁਝ ਅਮਾਊਂਟ ਸੈਲੂਲਰ ਰੈਸਪੀਰੇਸ਼ਨ 'ਚ ਯੂਜ਼ ਹੋ ਜਾਂਦਾ ਆਕਸੀਜਨ ਦਾ, ਤੇ ਬਾਕੀ ਜਿਹੜੀ ਆਕਸੀਜਨ ਆ ਉਹ ਹਵਾ 'ਚ ਵਾਪਸ ਆ ਜਾਂਦੀ ਆ। ਆਪਾਂ ਕਹਿੰਦੇ ਵੀ ਜਿਹੜੇ ਪਲਾਂਟਸ ਨੇ ਉਹ ਸਾਡੀ ਹਵਾ ਨੂੰ ਪਿਊਰੀਫਾਈ ਕਰਦੇ ਆ, ਲੇਕਿਨ ਅਦਰਵਾਈਜ਼ ਪਲਾਂਟਸ ਵੀ ਸਾਡੀ ਤਰ੍ਹਾਂ ਹੀ ਆਕਸੀਜਨ ਜਿਹੜੀ ਆ ਉਹ ਸੈਲੂਲਰ ਰੈਸਪੀਰੇਸ਼ਨ 'ਚ ਯੂਜ਼ ਕਰਦੇ ਆ। ਇਹ ਜਿਹੜਾ ਚੈਪਟਰ ਆ ਲਾਈਫ ਪ੍ਰੋਸੈਸਿਸ, ਇਹਦੀਆਂ ਜਿੰਨੀਆਂ ਵੀ ਵੀਡੀਓਜ਼ ਨੇ ਇਹਨਾਂ ਦੇ ਸਾਰੇ ਜਿਹੜੇ ਲਿੰਕਸ ਨੇ ਉਹ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ 'ਚ ਮਿਲ ਜਾਣਗੇ। ਜਿਹੜੀ ਵੀ ਵੀਡੀਓ ਤੁਸੀਂ ਦੇਖਣੀ ਹੋਵੇ ਤਾਂ ਤੁਸੀਂ ਦੇਖ ਸਕਦੇ ਹੋ। ਥੈਂਕ ਯੂ ਸੋ ਮਚ ਫॉर ਵਾਚਿੰਗ ਐਂਡ ਸੀ ਯੂ ਆਲ ਇਨ ਦ ਨੈਕਸਟ ਵੀਡੀਓ।